ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਓਨਲੀ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੱਗ ਰਹੇ ਨੇ ਗੰਭੀਰ ਦੋਸ਼। ਹਾਈ ਕੋਰਟ ਦੇ ਰਿਟਾਇਰਡ ਜੱਜ ਨੂੰ ਸੌਂਪੀ ਕੇਸ ਦੀ ਜਾਂਚ। ਅੰਮ੍ਰਿਤਸਰ ਚ ਗੁਟਕਾ ਸਾਹਿਬ ਜੀ ਦੀ ਹੋਈ ਬੇਅਦਬੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨੇ ਸਬੂਤਾਂ ਸਮੇਤ ਸ਼ਿਕਾਇਤ ਕਰਵਾਈ ਦਰਜ। ਮੁਲਜ਼ਮ ਤੇ ਲੱਗ ਰਹੇ ਹਨ ਜਾਂਚ ਨੂੰ ਗੁੰਮਰਾਹ ਕਰਨ ਦੇ ਦੋਸ਼। ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ। ਮਰਹੂਮ ਅਕਾਲੀ ਆਗੂ ਜਗਦੇਵ ਤਲਵੰਡੀ ਦੇ ਪੁੱਤਰ ਨੇ ਫੜਿਆ ਢੀਂਡਸਾ ਦਾ ਪੱਲਾ। ਰਣਜੀਤ ਸਿੰਘ ਤਲਵੰਡੀ ਹੋਏ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਚ ਸ਼ਾਮਲ। ਨੀਟੂ ਸ਼ਟਰਾਂ ਵਾਲੇ ਨੇ ਦਿੱਤਾ ਵਿਵਾਦਿਤ ਬਿਆਨ। ਗੁਰਬਾਣੀ ਦੀਆਂ ਤੁਕਾਂ ਨੂੰ ਕੀਤਾ ਤੋੜ ਮਰੋੜ ਕੇ ਪੇਸ਼। ਨਿਹੰਗ ਜਥੇਬੰਦੀਆਂ ਨੇ ਖੋਲ੍ਹਿਆ ਨੀਟੂ ਵਿਰੁੱਧ ਮੋਰਚਾ। ਵਿਰੋਧ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਨੇ ਮੰਗੀ ਮੁਆਫੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਵਿੱਤਰ ਸਰੂਪ ਲਾਪਤਾ ਹੋਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਸਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੀ ਗੰਭੀਰ ਦੋਸ਼ ਲਗਾਏ ਜਾ ਰਹੇ ਨੇ, ਜਿਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਰਿਟਾਇਰਡ ਜੱਜ ਨੂੰ ਸੌਂਪ ਦਿੱਤੀ ਗਈ ਹੈ। ਇਹ ਮਾਮਲਾ ਸਾਲ 2016 ਦਾ ਹੈ, ਪਰ ਹੁਣ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਕੀ ਕਾਰਨ ਹੈ, ਆਓ ਜਾਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। बादलों की दलाली नहीं आसान, जो तुसी करते हो ना कि ये बादलों की दलाली नहीं आसान, बस इतना समझ लीजिए एक थूक का दरिया है और चाट के जाना है। हुण जो सामने आया 14 तो बाद 14 नहीं 253 ਸਰੂਪ गुरु महाराज दे होर चोरी हो गए 2016 तो लैके हुण तक, जिस दी SGPC ने हुण तक सुखबीर दे कहण दे उत्ते कोई कार्रवाई नहीं कीती। नाल मैं जरूर कहना चाहूँगा कि इस मामले के ऊपर सियासत नहीं करनी चाहिए, बयानबाजी को गुरेज करना चाहिए। ਪੰਜਾਬ ਦੀ ਸਿਆਸਤ 'ਚ ਇਹਨੇ ਦਿਨੇ ਜੇਕਰ ਕੋਈ ਮੁੱਦਾ ਗਰਮਾਇਆ ਹੋਇਆ ਹੈ ਤਾਂ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਗਾਇਬ ਹੋਣ ਦਾ ਮੁੱਦਾ। ਹਾਲਾਂਕਿ ਇਸ ਮਸਲੇ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਂਚ ਦੇ ਹੁਕਮ ਤਾਂ ਦੇ ਦਿੱਤੇ ਨੇ, ਪਰ ਇਹ ਮਸਲਾ ਕਿਸ ਤਰ੍ਹਾਂ ਸ਼ੁਰੂ ਹੋਇਆ ਅਤੇ ਕਿਸ ਤਰ੍ਹਾਂ ਇਸ ਤੇ ਸਿਆਸਤ ਗਰਮਾਈ, ਆਓ ਦੇਖਦੇ ਹਾਂ। ਦਰਅਸਲ ਇਹ ਗੱਲ ਤਾਂ ਭਾਵੇਂ ਸਾਲ 2016 ਦੀ ਹੈ, ਪਰ ਅੱਜ ਇਹ ਮਸਲਾ ਤੂਲ ਵੜਦਾ ਨਜ਼ਰ ਆ ਰਿਹਾ ਹੈ। ਸਾਲ 2016 ਚ ਅੱਗ ਲੱਗ ਜਾਣ ਕਾਰਨ ਵੱਡੀ ਗਿਣਤੀ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨੀ ਭੇਂਟ ਹੋ ਗਏ ਸਨ। ਇਸ ਦਾ ਖੁਲਾਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ ਹੈ। ਕੰਵਲਜੀਤ ਸਿੰਘ ਇਸੇ ਸਾਲ 31 ਮਈ ਨੂੰ SGPC ਤੋਂ ਸੇਵਾ ਮੁਕਤ ਹੋਏ ਹਨ। ਉਹਨਾਂ ਵੱਲੋਂ ਇਹ ਮਾਮਲਾ ਉਜਾਗਰ ਕਰਦਿਆਂ ਬੀਤੇ ਦਿਨੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਕੰਵਲਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਖੁਲਾਸਾ ਕੀਤਾ ਕਿ 267 ਸਰੂਪ ਗਾਇਬ ਹੋਏ ਨੇ। ਇੰਨਾ ਹੀ ਨਹੀਂ, ਕੰਵਲਜੀਤ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਅੱਗ ਕਾਰਨ ਸਿਰਫ 14 ਸਰੂਪ ਹੀ ਨਸ਼ਟ ਹੋਏ ਸਨ, ਜਦੋਂ ਕਿ ਅੱਗ ਨੂੰ ਬੁਝਾਉਂਦੇ ਸਮੇਂ 80 ਹੋਰ ਸਰੂਪ ਨਸ਼ਟ ਹੋ ਗਏ ਸਨ, ਪਰ 187 ਹੋਰ ਸਰੂਪਾਂ ਦਾ SGPC ਕੋਲ ਕੋਈ ਰਿਕਾਰਡ ਨਹੀਂ ਹੈ। ਕੰਵਲਜੀਤ ਸਿੰਘ ਨੇ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਕਿ ਉਸ ਨੂੰ ਮੂੰਹ ਬੰਦ ਰੱਖਣ ਲਈ ਧਮਕਾਇਆ ਜਾ ਰਿਹਾ ਹੈ। ਇੱਥੇ ਹੀ ਜੇਕਰ ਸਮਾਜਿਕ ਕਾਰਕੁਨ ਮਨਿੰਦਰ ਸਿੰਘ ਮੰਨਾ ਦੀ ਮੰਨੀਏ ਤਾਂ ਉਹਨਾਂ ਬਾਦਲਾਂ ਤੇ ਗੰਭੀਰ ਦੋਸ਼ ਲਾਏ। ਮੰਨਾ ਨੇ ਕਿਹਾ ਕਿ ਜਿਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲੱਗੀ ਸੀ ਤਾਂ ਜਾਂਚ ਅਧਿਕਾਰੀਆਂ ਨੂੰ ਜਾਂਚ ਹੀ ਨਹੀਂ ਕਰਨ ਦਿੱਤੀ ਗਈ। ਅੱਜ ਮੈਂ ਬਾਦਲਾਂ ਦੀ ਤੇ ਉਹਨਾਂ ਦੀ ਪ੍ਰਾਈਵੇਟ ਏਜੰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਘਿਨਾਉਣੀ ਕਰਤੂਤ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗਾ ਕਿ 18-19 ਮਈ 2016 ਦੀ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਅੱਗ ਲੱਗ ਜਾਂਦੀ ਹੈ। ਉੱਥੇ ਸਵੇਰੇ ਤੜਕੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਵੀ ਆਉਂਦੀਆਂ ਤੇ ਪੁਲਿਸ ਵਾਲੇ ਵੀ ਆਉਂਦੇ ਆ, ਜਿਨ੍ਹਾਂ ਦੇ ਵਿੱਚ ਇੰਸਪੈਕਟਰ ਅਮਰੀਕ ਸਿੰਘ ਤੇ DSP ਪ੍ਰਭਜੋਤ ਨੇ ਜਿਹੜੇ ਉੱਥੇ ਆਉਂਦੇ ਨੇ, ਪਰ ਉਹਨਾਂ ਨੂੰ ਕਿਸੇ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜਾਂਦਾ। ਇਹ ਗੱਲ ਉਹ ਦੋਵੇਂ ਪੁਲਿਸ ਵਾਲੇ ਅੱਜ ਵੀ ਮੰਨਦੇ ਨੇ ਕਿ ਸਾਨੂੰ ਦੇਖਣ ਹੀ ਨਹੀਂ ਦਿੱਤਾ ਗਿਆ। ਤੇ ਸਵੇਰੇ ਪ੍ਰੈਸ ਬਰੀਫਿੰਗ ਕਰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਬਹੁਤਾ ਨੁਕਸਾਨ ਨਹੀਂ ਹੋਇਆ। 5 ਜਿਹੜੇ ਸਾਡੇ ਸਰੂਪ ਨੇ ਉਹ ਅਗਨ ਭੇਂਟ ਹੋਏ ਨੇ ਤੇ 9 ਜਿਹੜੇ ਨੁਕਸਾਨੇ ਗਏ ਨੇ। ਇਹ ਖਬਰਾਂ ਵੀ ਲੱਗਦੀਆਂ ਅਗਲੇ ਦਿਨ ਤੇ ਮੌਕੇ ਦੇ ਉੱਤੇ ਇੱਕ ਜਾਂਚ ਕਮੇਟੀ ਜਿਹੜੀ ਬਣਾਈ ਜਾਂਦੀ ਹੈ ਗੂੰਗੇ ਬੋਲੇ ਤੇ ਅੰਨਿਆਂ ਦੀ, ਜਿਹਦੇ ਵਿੱਚ ਕੇਵਲ ਸਿੰਘ ਬਾਦਲ, ਰਘੂਜੀਤ ਵਿਰਕ, ਸੁਖਦੇਵ ਸਿੰਘ ਭੌਰ, ਰਜਿੰਦਰ ਸਿੰਘ ਮਹਿਤਾ, ਬਲਵਿੰਦਰ ਸਿੰਘ ਜੌੜਾ ਤੇ ਡਾਕਟਰ ਰੂਪ ਸਿੰਘ ਹੁੰਦੇ ਨੇ। 19 ਮਈ ਨੂੰ ਕਮੇਟੀ ਦੇ ਮੈਂਬਰ ਗੋਂਦਵਾਲ ਸਾਹਿਬ ਜਾ ਕੇ ਉੱਥੇ ਜਿਹੜੇ ਸਰੂਪ ਨੇ ਉਹਨਾਂ ਦਾ ਸੰਸਕਾਰ ਕਰਨ ਜਾਂਦੇ ਨੇ। ਕੋਈ ਕਹਿੰਦਾ 9 ਸੀਗੇ,
ਕੋਈ ਕਹਿੰਦਾ 5 ਸੀਗੇ, ਕੋਈ ਕਹਿੰਦਾ 80 ਸੀਗੇ। ਸੰਸਕਾਰ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰੀ ਹੈ ਕਿ ਅਰਦਾਸ ਤੇ ਪਛਤਾਤਾਪ ਜਿਹੜਾ ਕਰਨਾ ਹੁੰਦਾ ਉਹ ਕੁਝ ਵੀ ਨਹੀਂ ਕੀਤਾ ਗਿਆ ਉੱਥੇ, ਤੇ ਕਿਤੇ ਰਿਕਾਰਡ 'ਚ ਦਰਜ ਨਹੀਂ ਹੈ। ਕੋਈ ਮਤਾ ਪਾਸ ਨਹੀਂ ਕੀਤਾ ਗਿਆ, ਕੋਈ ਸੋਗ ਮਤਾ ਪਾਸ ਨਹੀਂ ਕੀਤਾ ਗਿਆ। ਕੀ ਇਹ ਬੇਅਦਬੀ ਨਹੀਂ ਸੀ? ਕੀ ਉਹ ਕਿਤਾਬਾਂ ਸੀਗੀਆਂ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸੀਗੇ ਜਿਨ੍ਹਾਂ ਨੇ ਉਹਨਾਂ ਇਸੇ ਤਰੀਕੇ ਬਿਨਾਂ ਪਛਤਾਤਾਪ ਕੀਤਿਆਂ, ਬਿਨਾਂ ਅਰਦਾਸ ਕੀਤਿਆਂ ਤੇ ਉੱਥੇ ਜਾ ਕੇ ਜਿਹੜਾ ਉੱਥੇ ਸੰਸਕਾਰ ਕਰ ਆਏ। ਜਦ ਕਿ ਗੋਇੰਦਵਾਲ ਸਾਹਿਬ ਕੋਈ ਵੀ ਮਹਾਰਾਜ ਦਾ ਸਰੂਪ ਭਾਵੇਂ ਕਿਸੇ ਦੇ ਘਰੋਂ ਆਉਂਦਾ ਜਿਹਦਾ ਨੁਕਸਾਨ ਹੋ ਜਾਂਦਾ, ਕੋਈ ਅੱਗ ਨਾਲ ਕਿਸੇ ਤਰੀਕੇ ਵੀ ਚਾਹੇ ਬਿਰਧ ਹੋ ਜਾਂਦਾ, ਉਹਦਾ ਇੱਕ ਐਂਟਰੀ ਰਜਿਸਟਰ ਬਣਿਆ ਹੋਇਆ ਜਿਹੜਾ ਉਹਦੇ ਵਿੱਚ ਦਰਜ ਕਰਨਾ ਹੁੰਦਾ ਵੀ ਕਿੱਥੋਂ ਆਇਆ, ਕਿਉਂਕਿ ਅਗਲੇ ਨੇ ਫਿਰ ਲੈਣਾ ਹੁੰਦਾ। ਕਿਤੇ ਕੁਝ ਵੀ ਦਰਜ ਨਹੀਂ ਕੀਤਾ ਜਾਂਦਾ। ਤੇ 26 ਮਈ 2016 ਨੂੰ ਇਹਨਾਂ ਚੋਰਾਂ ਦੀ ਕਮੇਟੀ ਇੱਕ ਰਿਪੋਰਟ ਦਿੰਦੀ ਹੈ 7 ਦਿਨਾਂ ਦੇ ਵਿੱਚ ਹੀ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਨੁਕਸਾਨ ਹੋਏ ਦਾ ਕੋਈ ਜ਼ਿਕਰ ਨਹੀਂ ਹੁੰਦਾ, ਕੋਈ ਸ਼ੋਕ ਮਤੇ ਦੀ ਗੱਲ ਨਹੀਂ ਹੁੰਦੀ, ਕੋਈ ਕਮੇਟੀ ਉੱਤੇ ਪਛਤਾਤਾਪ ਨਹੀਂ ਕਰਦੀ। ਸਿਰਫ ਉਹਦੇ ਵਿੱਚ ਜ਼ਿਕਰ ਕੀਤਾ ਜਾਂਦਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਭਵਨ ਬਣਨਾ, ਇਹਦੀ ਬਿਲਡਿੰਗ ਬਣਨੀ ਹੈ, ਉਹਦੀ ਉਸਾਰੀ ਦਾ ਜਿਹੜਾ ਮਤਾ ਪਾਸ ਕਰ ਦਿੱਤਾ ਜਾਂਦਾ, ਕਿਉਂਕਿ ਉਹਦੀ ਬਿਲਡਿੰਗ ਦੇ ਵਿੱਚੋਂ ਇਹਨਾਂ ਨੂੰ ਪੈਸੇ ਆਉਣੇ ਸੀਗੇ। ਦੂਜਾ ਤੇ ਇਹਨਾਂ ਦਾ ਕਿਸੇ ਨਾਲ ਥੋਹ ਵਾਸਤਾ ਹੀ ਨਹੀਂ ਸੀਗਾ। ਮੈਂ ਕਮੇਟੀ ਦੇ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਬਾਰੇ ਇਹ ਸ਼ਬਦ ਜ਼ਰੂਰ ਕਹੂੰਗਾ ਕਿ ਆਪਣਾ ਜ਼ਮੀਰ ਹਲੂਣੋ ਕਿ ਇਹ ਬਾਦਲੋਂ ਕੀ ਦਲਾਲੀ ਨਹੀਂ ਆਸਾਨ, ਜੋ ਤੁਸੀਂ ਕਰਦੇ ਹੋ ਨਾ कि ये बादलों की दलाली नहीं आसान, बस इतना समझ लीजिए एक थूक का दरिया है और चाट के जाना है। कारण की सीगा पर्दा क्यों पाया गया? क्योंकि 2015 ਦੇ ਵਿੱਚ ਇੱਕ ਪਹਿਲਾਂ ਹੀ ਬੇਅਦਬੀ ਹੋਈ ਸੀ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ, ਜਿਹੜੀ ਪਹਿਲਾਂ ਹੀ ਬਾਦਲਾਂ ਦੇ ਮੱਥੇ ਮੜੀ ਹੋਈ ਸੀ ਇਹਨਾਂ ਦੀ ਸਰਕਾਰ 'ਚ ਤੇ ਇਹਨਾਂ ਵੱਲੋਂ ਕਰਾਈ ਗਈ ਸੀ। ਅਕਾਲੀ ਦਲ ਬਿਲਕੁਲ ਬੈਕਫੁੱਟ ਤੇ ਸੀਗਾ ਤੇ ਅੱਗੋਂ 6 ਮਹੀਨਿਆਂ ਨੂੰ 2017 ਦੇ ਵਿੱਚ ਜਿਹੜੀਆਂ ਚੋਣਾਂ ਆਉਣ ਵਾਲੀਆਂ ਸੀਗੀਆਂ ਤੇ ਇਹਨਾਂ ਲੋਕਾਂ ਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਇੰਨੇ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਨੁਕਸਾਨ ਹੋ ਗਿਆ। ਪਰ ਮੈਂ ਫਿਰ ਕਹਿਣਾ ਕਿ ਬੱਕਰੇ ਦੀ ਮਾਂ ਕਾਤਾ ਖੈਰ ਮਨਾਉਂਦੀ ਹੁਣ ਤੇ ਸਾਹਮਣੇ ਆ ਗਿਆ। ਇਹ ਤੀ ਸੀ 14 ਸਰੂਪਾਂ ਦੇ 14 ਜਿਹੜੇ ਗੁਰੂ ਮਹਾਰਾਜ ਦੇ ਸਰੂਪ ਸੀਗੇ ਉਹਨਾਂ ਦੀ ਗੱਲ, ਜਿਹੜੀ ਇਹ ਮੰਨ ਰਹੇ ਆ ਕਿ ਅਗਨ ਭੇਟ ਹੋ ਗਏ। ਮੰਨਾ ਨੇ ਦੋਸ਼ ਲਾਇਆ ਕਿ 2016 ਤੋਂ ਹੁਣ ਤੱਕ 253 ਸਰੂਪ ਹੋਰ ਚੋਰੀ ਹੋ ਗਏ ਨੇ, ਜਿਨ੍ਹਾਂ ਦੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਕੋਈ ਕਾਰਵਾਈ ਨਹੀਂ ਹੋਈ। ਮੰਨਾ ਨੇ ਬੋਲਦਿਆਂ ਕਵਲਜੀਤ ਸਿੰਘ ਦੀ ਸ਼ਿਕਾਇਤ ਦਾ ਵੀ ਜ਼ਿਕਰ ਕੀਤਾ। ਹੁਣ ਜੋ ਸਾਹਮਣੇ ਆਇਆ 14 ਤੋਂ ਬਾਅਦ 14 ਨਹੀਂ 253 ਸਰੂਪ ਗੁਰੂ ਮਹਾਰਾਜ ਦੇ ਹੋਰ ਚੋਰੀ ਹੋ ਗਏ 2016 ਤੋਂ ਲੈ ਕੇ ਹੁਣ ਤੱਕ, ਜਿਸ ਦੀ ਐਸਜੀਪੀਸੀ ਨੇ ਹੁਣ ਤੱਕ ਸੁਖਬੀਰ ਦੇ ਕਹਿਣ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ, ਨਾ ਕੋਈ ਪੁਲਿਸ ਕੰਪਲੇਂਟ ਕੀਤੀ। ਇਹ ਸਾਹਮਣੇ ਕਿਸ ਤਰ੍ਹਾਂ ਆਇਆ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਜਿਹੜਾ ਸੁਪਰਵਾਈਜ਼ਰ ਅੱਜ ਦੀ ਉੱਥੇ ਡਿਊਟੀ ਸੀਗੀ ਉਸ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ, ਉਹ ਹੁਣ ਰਿਟਾਇਰ ਹੋਇਆ 31 ਮਈ ਨੂੰ ਜਦੋਂ ਉਹਨੇ ਚਾਰਜ ਛੱਡਿਆ ਤੇ ਕਮਲਜੀਤ ਤੋਂ ਸੁਖਬੀਰ ਦੇ ਜ਼ੁਬਾਨੀ ਹੁਕਮਾਂ ਤੇ ਜਿਹੜੇ ਪੁਰਾਣੇ ਗੁਰੂ ਮਹਾਰਾਜ ਦੇ ਸਰੂਪ ਚੋਰੀ ਕੀਤੇ ਗਏ ਤੇ ਖੁਰਦਬੁਰਦ ਕੀਤੇ ਗਏ ਉਹਨਾਂ ਤੇ ਪਰਦਾ ਪਾਉਣ ਲਈ ਉਹਦੇ ਕੋਲ ਲਿਖਾ ਲਿਆ ਜਾਂਦਾ ਹੈ ਕਿ ਗੁਰੂ ਮਹਾਰਾਜ ਦੇ ਜਿਹੜੇ ਕੁੱਲ 267 ਸਰੂਪ ਘਟਿਆ ਜਿਨ੍ਹਾਂ ਦੇ ਪੈਸੇ ਮੇਰੇ ਫੰਡ ਚੋਂ ਕੱਟ ਲਏ ਜਾਣ। ਇਹਦੇ ਵਿਰੁੱਧ ਉਹ ਬੰਦੇ ਕੋਲ ਜ਼ਬਰਦਸਤੀ ਲਿਖਾਇਆ ਜਾਂਦਾ। ਇਹਦੇ ਵਿਰੋਧ ਦੇ ਵਿੱਚ ਉਹ ਪ੍ਰਧਾਨ ਐਸਜੀਪੀਸੀ ਨੂੰ ਚਿੱਠੀ ਲਿਖਦਾ ਕਿ ਗਾਇਬ ਕੀਤੇ ਇਹਨਾਂ 3 ਸਾਲਾਂ 'ਚ ਜਿਹੜੇ ਸਰੂਪ ਗਾਇਬ ਹੋਏ ਆ ਪੌਣੇ 300 ਦੇ ਕਰੀਬ, ਉਹ ਮੇਰੇ ਜਿੰਮੇ ਮੜੇ ਜਾ ਰਹੇ ਆ, ਜਦ ਕਿ ਮੇਰਾ ਤੇ ਇਹਦੇ ਵਿੱਚ ਕਸੂਰ ਹੀ ਕੋਈ ਨਹੀਂਗਾ। ਉਸ ਤੋਂ ਬਾਅਦ ਉਹ ਫਿਰ ਪੁਲਿਸ ਕਮਿਸ਼ਨਰ ਨੂੰ ਇੱਕ ਕੰਪਲੇਂਟ ਕਰਕੇ ਆਉਂਦਾ ਔਰ ਸਾਰਿਆਂ ਦੇ ਨਾਂ ਦੱਸ ਕੇ ਆਉਂਦਾ ਕਿ ਕਿਹਦੀ ਦੇਖ ਰੇਖ 'ਚ ਗਾਇਬ ਹੋਏ ਔਰ ਕਿਵੇਂ ਜਿਹੜੀ ਸਾਰੀ ਘਟਨਾ ਵਾਪਰੀ ਹੈ। ਸਵਾਲ ਇਹ ਹੈ, ਜੇ ਤੁਹਾਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਦੇ 267 ਸਰੂਪ ਘਟਿਆ ਤੇ ਉਸ ਬੰਦੇ ਕੋਲੋਂ ਪੈਸੇ ਮੰਗਣ ਦੀ ਬਜਾਏ ਤੁਸੀਂ ਪੁਲਿਸ ਕੰਪਲੇਂਟ ਕਿਉਂ ਨਹੀਂ ਕੀਤੀ, ਜਦ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਚੁੱਕੀ ਆ, ਇਹ ਕਾਨੂੰਨ ਲੈ ਕੇ ਆ ਚੁੱਕੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਾਈਵ ਪਰਸਨ ਮੰਨਿਆ ਜਾਂਦਾ ਹੈ। ਫਿਰ ਪਰਚਾ ਕਿਉਂ ਨਹੀਂ ਦਰਜ ਕੀਤਾ ਗਿਆ? 267 ਸਰੂਪ ਜਿਹੜੇ ਉੱਥੋਂ ਮਿਸਿੰਗ ਆ, ਤੇ ਜੇ ਪੈਸੇ ਜਾਂ ਭੇਟਾਂ ਜਮ੍ਹਾਂ ਕਰਾਉਣ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦਾ ਘਾਟਾ ਪੂਰਾ ਹੋ ਸਕਦਾ, ਫਿਰ ਸਾਰੇ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੀ ਲੋੜ ਸੀਗੀ? ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ 'ਚ ਹੋਈ ਬੇਅਦਬੀ ਦੇ ਵੀ ਪੈਸੇ ਜਮ੍ਹਾਂ ਕਰਾ ਲੈਂਦੇ, ਮੁਕਾ ਲੈਂਦੇ 2100 ਭੇਟਾਂ ਲੈ ਕੇ, ਕਿਉਂ ਸਾਰੇ ਪੰਜਾਬ ਦੇ ਵਿੱਚ 1 ਮਹੀਨਾ ਤੁਸੀਂ ਲਾਂਬੂ ਲੱਗਣ ਦਿੱਤਾ? ਇਹਦੇ ਨਾਲ ਨਾਲ ਮੈਂ ਕਮਲਜੀਤ ਜਿਹੜਾ ਰਿਟਾਇਰ ਹੋਇਆ ਉਹਨੂੰ ਵੀ ਪੁੱਛਣਾ ਚਾਹਣਾ ਕਿ ਤੇਰਾ ਜ਼ਮੀਰ ਹੁਣ ਜਾਗਿਆ? ਇੰਨੇ ਸਾਲਾਂ ਬਾਅਦ 80 ਹਜ਼ਾਰ ਰੁਪਈਆ ਤੋਂ ਤਨਖਾਹ ਲੈਂਦਾ ਰਿਹਾ, ਲੱਖਾਂ ਰੁਪਈਆ ਤੂੰ ਹੁਣ ਲਾਸਟ 'ਚ ਬੈਨੀਫਿਟ ਆਪਣੇ ਜਿਹੜੇ ਲੈਣੇ ਸੀਗੇ, ਜਦੋਂ ਤਨਖਾਹ ਲੈਂਦਾ ਸੀ ਗੁਰੂ ਮਹਾਰਾਜ ਦੇ ਘਰੋਂ ਤੇਰਾ ਟੱਬਰ ਪਲਦਾ ਸੀਗਾ, ਉਦੋਂ ਤੇਰਾ ਜ਼ਮੀਰ ਕਿੱਥੇ ਸੀਗਾ? ਅੱਜ ਕਿਉਂ ਤੂੰ ਕੰਪਲੇਂਟ ਕਰਨ ਗਿਆ? ਜਾਂ ਤੇ ਆਪਣੇ ਪੈਸਿਆਂ ਲਈ ਕਰਨ ਗਿਆ ਤੇ ਜਾਂ ਤੈਨੂੰ ਇਹ ਸੀਗਾ ਕਿ ਸੰਗਤ ਨੇ ਮਾਫ ਨਹੀਂ ਕਰਨਾ, ਸਾਰੀ ਬਿਪਤਾ ਤੇਰੇ ਗੱਲ ਨਾਲ ਮੜੀ ਜਾਵੇ 267 ਗੁਰੂ ਮਹਾਰਾਜ ਦੇ ਸਰੂਪਾਂ ਦੀ, ਤੇ ਤਾਂ ਤੂੰ ਉੱਥੇ ਕੰਪਲੇਂਟ ਦਾ ਆਪਣੀ ਲਿਖਾ ਕੇ ਆਇਆ ਵਾ। ਮੈਂ ਤੇ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਕਿ ਸਭ ਤੋਂ ਪਹਿਲਾਂ ਇਸ ਬੰਦੇ ਦੇ ਉੱਤੇ ਪਰਚਾ ਦਰਜ ਕਰਨਾ ਚਾਹੀਦਾ। ਇਹਨੇ ਵੀ ਆਪਣੀ ਡਿਊਟੀ 'ਚ ਕੁਤਾਹੀ ਕੀਤੀ ਆ, ਕਿਹਦੇ ਕਹਿਣ ਦੇ ਉੱਤੇ ਭੇਜੇ ਆ।
ਇੰਨਾ ਹੀ ਨਹੀਂ, ਇੱਕ ਹੋਰ ਸਿੱਖ ਆਗੂ ਨੇ ਇਸ ਤੇ ਬੋਲਦਿਆਂ ਕਿਹਾ ਕਿ ਮਸਲੇ ਦੀ ਜਾਂਚ ਹਾਈ ਕੋਰਟ ਦੇ ਕਿਸੇ ਸੇਵਾ ਮੁਕਤ ਜੱਜ ਤੋਂ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੇ ਵਿਅਕਤੀ ਖੁਦ ਹੀ ਦੋਸ਼ੀ ਹਨ ਉਹ ਆਪਣੇ ਖਿਲਾਫ ਜਾਂਚ ਕਿਉਂ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ 267 ਸਰੂਪ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਦੇ ਵਿੱਚੋਂ ਗਾਇਬ ਹੋ ਜਾਣਾ ਔਰ 2016 ਦੇ ਵਿੱਚ ਵਾਪਰੇ ਦੁਖਦ ਅਗਨਕਾਂਡ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੇਕਾਂ ਸਰੂਪ ਜਿਹੜੇ ਨੇ ਅਗਨ ਭੇਟ ਹੋਏ ਤੇ ਬਹੁਤ ਸਾਰੇ ਜਦੋਂ ਫਾਇਰ ਬ੍ਰਿਗੇਡ ਦੇ ਗੱਡੀਆਂ ਨੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਉਹਦੇ ਨਾਲ ਸਿੱਲੇ ਹੋਏ। ਇਹ ਦੋ ਮਸਲੇ ਚਰਚਾ ਦੇ ਵਿੱਚ ਆਏ। ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ। ਸ਼੍ਰੋਮਣੀ ਕਮੇਟੀ ਦੇ ਰਿਟਾਇਰਡ ਅਧਿਕਾਰੀ ਕਵਲਜੀਤ ਸਿੰਘ ਨੇ ਇਹਦੇ ਬਾਰੇ ਸਟੇਟਮੈਂਟ ਦਿੱਤੀ। ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਅਸੀਂ ਸ਼੍ਰੋਮਣੀ ਕਮੇਟੀ ਤੋਂ ਇਹਦੀ ਮੰਗ ਕੀਤੀ ਕਿ ਸਿੱਖ ਕੌਮ ਨੂੰ ਇਹਦਾ ਸਪਸ਼ਟ ਕੀਤਾ ਜਾਵੇ ਕਿ ਅਸਲ ਦੇ ਵਿੱਚ ਇਹ ਮਾਜਰਾ ਹੈ ਕੀ। ਜੋ ਸ਼੍ਰੋਮਣੀ ਕਮੇਟੀ ਨੇ ਸਟੇਟਮੈਂਟ ਦਿੱਤੀ, ਉਸ ਸਟੇਟਮੈਂਟ ਦੇ ਵਿੱਚੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਤੇ ਨਾ ਕਿਤੇ ਇਸ ਸਿਸਟਮ ਦੇ ਵਿੱਚ ਖੋਟ ਆ। ਸ਼੍ਰੋਮਣੀ ਕਮੇਟੀ ਇਸ ਮਾਮਲੇ ਦੀ ਕਿਤੇ ਨਾ ਕਿਤੇ ਦੋਸ਼ੀ ਆ, ਕਿਉਂਕਿ ਉਹ ਗੱਲ ਜਿਹੜੀ ਹੈ ਸਿੱਖ ਕੌਮ ਨੂੰ ਕਲੀਅਰ ਨਹੀਂ ਕਰ ਪਾਈ। ਜੋ ਉਹਨਾਂ ਨੇ ਦਲੀਲਾਂ ਦਿੱਤੀਆਂ, ਉਹਨਾਂ ਦਲੀਲਾਂ ਦੇ ਵਿੱਚ ਕੋਈ ਦਮ ਨਹੀਂ। ਹੁਣ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਹੈ, 48 ਕਮੇਟੀ। ਖਾਲਸਾ ਜੀ, ਮੈਂ ਬੜੇ ਸਿੱਧੇ ਸਪਸ਼ਟ ਸ਼ਬਦਾਂ ਵਿੱਚ ਇਹ ਕਹਿ ਸਕਦਾ ਕਿ ਇਹ ਬਣਾਈ ਹੋਈ 48 ਕਮੇਟੀ ਦਾ ਕੋਈ ਮਤਲਬ ਨਹੀਂ, ਨਾ ਇਹਨੇ ਕੋਈ ਜਾਂਚ ਕਰਨੀ ਹੈ, ਨਾ ਅੱਜ ਤੱਕ ਸ਼੍ਰੋਮਣੀ ਕਮੇਟੀ ਦੀਆਂ ਪਹਿਲੀਆਂ ਕਿਸੇ 48 ਕਮੇਟੀਆਂ ਨੇ ਕੋਈ ਜਾਂਚ ਕੀਤੀ ਹੈ, ਨਾ ਕੋਈ ਨਿਖਰਮਾ ਸੱਚ ਕਦੇ ਸਿੱਖ ਕੌਮ ਦੇ ਸਾਹਮਣੇ ਆਇਆ। ਇਹ ਕਮੇਟੀ ਸਿਰਫ ਇਸ ਲਈ ਬਣਾਈ ਗਈ ਆ ਕਿ ਕਿਸੇ ਨਾ ਕਿਸੇ ਤਰੀਕੇ ਇਹ ਮਾਮਲਾ ਦਬ ਜਾਵੇ, ਇਹ ਮਾਮਲਾ ਠੰਡਾ ਹੋ ਜਾਵੇ। ਇਸ ਲਈ ਇਸ ਕਮੇਟੀ ਦੀ ਜਾਂਚ ਤੋਂ ਕੋਈ ਉਮੀਦ ਨਹੀਂ। ਅਸੀਂ ਇੱਕੋ ਮੰਗ ਕਰਦੇ ਹਾਂ, ਸਮੁੱਚੀ ਸਿੱਖ ਕੌਮ ਇਹ ਚਾਹੁੰਦੀ ਹੈ ਕਿ ਇਹਦੀ ਜਾਂਚ ਕਿਸੇ ਰਿਟਾਇਰਡ ਚੰਗੇ ਸਿੱਖ ਜੱਜ ਤੋਂ ਕਰਾਈ ਜਾਵੇ, ਜਿਹਦੇ ਉੱਤੇ ਸਿੱਖ ਕੌਮ ਦਾ ਫੇਤ ਹੋਵੇ। ਉਹਦੇ ਵਿੱਚ ਕਵਲਜੀਤ ਸਿੰਘ ਆਪਣਾ ਰਿਕਾਰਡ ਦੇਵੇ ਜੋ ਉਹਦੇ ਕੋਲ ਸਬੂਤ ਨੇ, ਹਿਊਮਨ ਰਾਈਟ ਆਰਗੇਨਾਈਜੇਸ਼ਨ ਆਪਣਾ ਪੱਖ ਦੇਵੇ ਤੇ ਸ਼੍ਰੋਮਣੀ ਕਮੇਟੀ ਆਪਣਾ ਰਿਕਾਰਡ ਦੇਵੇ, ਤੇ ਉੱਥੇ ਨਤਾਰਾ ਹੋ ਜੂ ਤੇ ਸਾਨੂੰ ਯਕੀਨ ਹੋ ਜੂ। ਇਸ ਲਈ ਸ਼੍ਰੋਮਣੀ ਕਮੇਟੀ ਦੀ ਇਸ ਜਾਂਚ ਕਮੇਟੀ ਤੋਂ ਨਾ ਆਸ ਹੈ, ਕਿਉਂਕਿ ਜਿਨ੍ਹਾਂ ਦੇ ਉੱਤੇ ਹੀ ਅਪਰਾਧੀ ਬਣਨ ਦਾ ਦੋਸ਼ ਲੱਗਿਆ ਹੋਵੇ ਉਹ ਆਪਣੇ ਆਪ ਨੂੰ ਕਿਵੇਂ ਅਪਰਾਧੀ ਸਾਬਤ ਕਰਨਗੇ। ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਕ ਸਾਫ ਹੋਣਗੇ, ਔਰ ਉਹ ਵੀ ਬਹੁਤ ਦੇਰ ਬਾਅਦ, ਜਦੋਂ ਅਸੀਂ ਬਿਲਕੁਲ ਇਸ ਮਾਮਲੇ ਨੂੰ ਭੁੱਲ ਚੁੱਕੇ ਹੋਵਾਂਗੇ। ਇਹੀ ਨਹੀਂ, ਇਸ ਮਸਲੇ ਤੇ ਸਿਆਸਤਦਾਨ ਵੀ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ। ਇਸ ਮਸਲੇ ਤੇ ਬਲਵਿੰਦਰ ਸਿੰਘ ਬੈਂਸ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਬੈਂਸ ਵੱਲੋਂ ਇਸ ਮਸਲੇ ਤੇ ਅੰਮ੍ਰਿਤਸਰ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ। ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੀ ਸਰੂਪਾਂ ਦੀ ਦੇਖਭਾਲ ਕਰਨਾ ਹੈ। ਕਿ 267 ਸਰੂਪ ਜਿਹੜੇ ਕਿ ਘੱਟ ਹੈਗੇ ਆ, ਅਸੀਂ ਕਹਿੰਦੇ ਉਹ ਲਾਪਤਾ ਹੈਗੇ ਆ। ਕਿਉਂ ਲਾਪਤਾ ਕਿਉਂ ਕਹਿ ਰਹੇ ਆ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਪਹਿਲੀ ਡਿਊਟੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਤੇ ਰਖਵਾਲੀ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਪਹਿਲਾ ਕੰਮ ਆ। ਔਰ ਅੱਜ ਇਹ ਪਤਾ ਲੱਗਿਆ ਕਿ 267 ਸਰੂਪ ਘੱਟ ਹੈਗੇ, ਮਿਸਿੰਗ ਹੈਗੇ ਆ। 267 ਸਰੂਪ ਲਾਪਤਾ ਹੈਗੇ ਆ, ਜੇ ਮੈਂ ਆਹ ਗੱਲ ਕਹਾਂ। ਪਰ ਇਹ ਦੁੱਖ ਤੇ ਅਫਸੋਸ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਕਦੇ ਵੀ ਕੋਈ ਇੱਕ ਬੰਦਾ ਲੈ ਕੇ ਨਹੀਂ ਜਾ ਸਕਦਾ। ਸਿਧਾਂਤ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇੱਕ ਮੋਟਰ ਵਹੀਕਲ ਤਿਆਰ ਕੀਤੀ ਹੋਈ ਹੈ, ਜਿਹਦੇ 'ਚ ਡਰਾਈਵਰ, 5 ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪੂਰਨ ਮਰਿਆਦਾ ਅਨੁਸਾਰ ਜਿੱਥੇ ਪਹੁੰਚਾਉਣੇ ਹੋਣ ਉੱਥੇ ਪਹੁੰਚਾਏ ਜਾਂਦੇ ਆ। ਤੇ ਇਹਦਾ ਮਤਲਬ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 267 ਸਰੂਪ ਕਿਤੇ ਨਾ ਕਿਤੇ ਤਾਂ ਪਹੁੰਚਾਏ ਗਏ ਹਨ। ਤੇ ਜੇ ਉਹ ਕਿਸੇ ਗਲਤ ਹੱਥਾਂ 'ਚ ਚਲੇ ਗਏ, ਇਹ ਲੁਕਾਉਣ ਦੀ, ਕਿਉਂਕਿ 2016 ਦੀ ਗੱਲ ਆ, ਅੱਜ ਨੰਗੀ ਹੋਈ ਹੈ। ਤੇ ਜੇ ਇਹ 2016 ਤੋਂ ਲੈ ਕੇ ਅੱਜ ਤੱਕ, ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਔਰ ਉਹਨਾਂ ਦਾ ਬੇਟਾ ਸੁਖਵੀਰ ਸਿੰਘ ਬਾਦਲ ਜਿਹੜਾ ਉਹ ਗ੍ਰਹਿ ਮੰਤਰੀ ਸੀ, ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਹੈ। ਔਰ ਜੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਪਾਰਟੀ ਆ, ਤਾਂ ਫਿਰ ਜੇ ਉਹ ਨਹੀਂ ਬੋਲੇ
ਉਹਨਾਂ ਦੇ ਰਾਜ ਭਾਗ ਦੇ ਵਿੱਚ ਇਹ ਸਾਰਾ ਕੁਝ ਹੋਇਆ। ਉਹਨਾਂ ਦੇ ਰਾਜ ਭਾਗ 'ਚ ਬਰਗਾੜੀ ਕਾਂਡ ਹੋਇਆ, ਉਹਨਾਂ ਦੇ ਰਾਜ ਭਾਗ ਵਿੱਚ ਕੋਟਕਪੂਰੇ ਵਾਲਾ ਕਾਂਡ ਹੋਇਆ, ਉਹਨਾਂ ਦੇ ਰਾਜ ਭਾਗ ਵਿੱਚ 267 ਸਰੂਪ ਲਾਪਤਾ ਹੋ ਗਏ। ਫਿਰ ਇਹ ਬੋਲੂਗਾ ਕੌਣ? ਔਰ ਦੁੱਖ ਤੇ ਅਫਸੋਸ ਹੈ ਕਿ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਵੀ ਇਸ ਗੱਲ ਦਾ ਗਿਆਨ ਹੈ ਔਰ ਸੈਕਟਰੀ ਸਾਹਿਬ ਨੂੰ ਇਸ ਗੱਲ ਦਾ, ਸਾਰੇ ਆਲਾ ਅਧਿਕਾਰੀਆਂ ਨੂੰ ਇਸ ਗੱਲ ਦਾ ਗਿਆਨ ਹੈਗਾ, ਪਰ ਕੋਈ ਬੰਦਾ ਰਾਜਨੀਤੀ ਦੇ ਪ੍ਰੈਸ਼ਰ ਥੱਲੇ ਬੋਲਣ ਨੂੰ ਤਿਆਰ ਨਹੀਂ। ਇਹ ਤਾਂ ਕਮਲਜੀਤ ਸਿੰਘ ਹੁਣ ਜਦੋਂ ਰਿਟਾਇਰ ਹੋਏ ਤੇ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਤੁਹਾਡੇ ਪੀਐਫ ਚੋਂ ਪੈਸੇ ਕੱਟ ਲਏ ਜਾਣਗੇ ਤਾਂ ਉਹ ਬੋਲਿਆ, ਅਦਰਵਾਈਜ਼ ਜੇ ਉਹਦੇ ਪੈਸੇ ਨਾ ਕੱਟਦੇ ਤੇ ਸ਼ਰਮਿੰਦਗੀ ਹੈ, ਸਿਰ ਨੀਵਾਂ ਹੁੰਦਾ। ਇੰਨਾ ਹੀ ਨਹੀਂ, ਇਸ ਮਸਲੇ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਦੀ ਜਾਂਚ ਦੇ ਸਖਤ ਨਿਰਦੇਸ਼ ਦਿੱਤੇ ਨੇ। ਇਸ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਹਾਈ ਕੋਰਟ ਦੇ ਜਿਸ ਰਿਟਾਇਰਡ ਜੱਜ ਨੂੰ ਦਿੱਤੀ ਗਈ ਹੈ ਉਸ ਨੂੰ ਰਿਕਾਰਡ ਵੀ ਸੌਂਪ ਦਿੱਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਾਮਲਾ 267 ਸਰੂਪਾਂ ਦਾ, ਉਹਦੇ ਸੰਬੰਧ ਵਿੱਚ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਹੋਏ ਪ੍ਰੋਜੈਕਟਾਂ ਵਿੱਚ ਪਾਸ ਕਰਕੇ ਮਤੇ ਦੇ ਆਧਾਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਪੱਖ ਜਾਂਚ ਲਈ 2 ਮੈਂਬਰੀ ਟੀਮ ਦਾ ਗਠਨ ਕੀਤਾ ਹੈ, ਜਿਹਦੇ ਵਿੱਚ ਬਹੁਤ ਹੀ ਰਿਸਪੈਕਟਡ ਹਾਈ ਕੋਰਟ ਦੇ ਜਸਟਿਸ ਨੇ 267 ਸਰੂਪਾਂ ਦੇ ਮਾਮਲੇ ਦੀ ਜਿਹੜੀ ਨਿਰਪੱਖ ਜਾਂਚ ਸਾਡੇ ਸਾਹਮਣੇ ਜਿਹੜਾ ਉਹ ਪਹੁੰਚੇਗੀ। ਉਸ ਤੋਂ ਬਾਅਦ ਰਿਪੋਰਟ ਜਦੋਂ ਆਏਗੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜਾ ਇਹ ਫੈਸਲਾ ਲਿਆ ਜਾਏਗਾ। ਜਿਹੜੇ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ। ਕਿੰਨੇ ਜੱਜ ਮੁਕੰਮਲ ਹੋਣੇ 1 ਮਹੀਨੇ ਦਾ ਸਮਾਂ ਅਸੀਂ ਨੀਅਤ ਤੋਂ ਉਹਨਾਂ ਨੂੰ ਕਰਕੇ ਦਿੱਤਾ ਹੈ। 1 ਮਹੀਨੇ ਦੇ ਅੰਦਰ ਉਮੀਦ ਹੈ ਕਿ ਜਾਂਚ ਦੀ ਰਿਪੋਰਟ ਜਿਹੜੀ ਹੈ ਸਾਡੇ ਤੱਕ ਪਹੁੰਚ ਜਾਏਗੀ। ਨਾਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਇਸ ਮਾਮਲੇ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ, ਬਿਆਨਬਾਜ਼ੀ ਤੇ ਗੁਰੇਜ਼ ਕਰਨਾ ਚਾਹੀਦਾ, ਖਾਸ ਤੌਰ 'ਤੇ ਇਸ ਵਕਤ ਜਦੋਂ ਕਿ ਨਿਰਪੱਖ ਜਾਂਚ ਜਿਹੜੀ ਹੈ ਇਸ ਮਾਮਲੇ ਦੀ ਸ੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਹੋਈ ਟੀਮ ਜਿਹੜੀ ਹੈ ਉਹ ਕਰ ਰਹੇ ਹੋਣ। ਮੈਂ ਇਹੋ ਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇੰਤਜ਼ਾਰ ਕਰੋ, ਦੋਸ਼ੀ ਜਿਹੜੇ ਬਖਸ਼ੇ ਨਹੀਂ ਜਾਣਗੇ ਔਰ ਪੂਰਾ ਮਾਮਲਾ ਜਿਹੜਾ ਹੈ ਸਾਹਮਣੇ ਜਦੋਂ ਆਏਗਾ ਤੇ ਉਹਨੂੰ ਸਿੱਖ ਸੰਗਤ ਦੇ ਸਾਹਮਣੇ ਜ਼ਰੂਰ ਰੱਖੇਗਾ ਕਿ ਅਸਲ ਮਾਮਲਾ। ਤਾਂ ਤੁਸੀਂ ਦੇਖਿਆ ਕਿ ਸਾਲ 2016 ਚ ਵਾਪਰੇ ਦੁਖਦਾਈ ਕਾਂਡ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰ ਕੇ ਰੱਖ ਦਿੱਤਾ, ਪਰ ਇਹ ਮਾਮਲਾ ਇੰਨੀ ਦੇਰ ਬਾਅਦ ਹੁਣ ਐਸਜੀਪੀਸੀ ਮੈਂਬਰ ਕਮਲਜੀਤ ਸਿੰਘ ਤੇ ਰਿਟਾਇਰ ਹੋਣ ਤੋਂ ਬਾਅਦ ਉਜਾਗਰ ਹੋਇਆ। ਇਸ 'ਚ ਅਕਾਲੀ ਦਲ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਹਾਲਾਂਕਿ ਹੁਣ ਇਸ ਦੀ ਜਾਂਚ ਹਾਈ ਕੋਰਟ ਦੇ ਰਿਟਾਇਰਡ ਜੱਜ ਨੂੰ ਸੌਂਪ ਦਿੱਤੀ ਗਈ ਹੈ, ਪਰ ਅਕਾਲੀ ਦਲ ਤੇ ਲੱਗ ਰਹੇ ਦੋਸ਼ਾਂ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਅਜਿਹੇ ਵਿੱਚ ਹੁਣ ਅਕਾਲੀ ਦਲ ਇਸ ਤੇ ਕੀ ਪ੍ਰਤੀਕਿਰਿਆ ਦਿੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ ਡੈਸਕ ਤੋਂ ਰਜਿੰਦਰ ਸਿੰਘ ਦੀ ਖਾਸ ਰਿਪੋਰਟ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਬੀਤੇ ਦਿਨੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਇਸ ਨੂੰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਅਤੇ ਤਰਲੋਚਨ ਸਿੰਘ ਸੋਹਲ ਦੀ ਅਗਵਾਈ 'ਚ ਕਮੇਟੀ ਮੈਂਬਰਾਂ ਵੱਲੋਂ ਸਬੂਤਾਂ ਸਮੇਤ ਆਈਜੀ ਬਾਰਡਰ ਰੇਂਜ ਦਫ਼ਤਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜ਼ਿਕਰ ਖਾਸ ਹੈ ਕਿ ਇਸ ਦਾ ਮਹਿਤਾ ਥਾਣੇ 'ਚ ਪਰਚਾ ਵੀ ਦਰਜ ਹੋਇਆ ਸੀ, ਪਰ ਦੋਸ਼ ਹੈ ਕਿ ਸੁਖਦੇਵ ਸਿੰਘ ਅਤੇ ਉਸ ਦਾ ਸਾਥੀ ਜੋ ਅਸਲ ਦੋਸ਼ੀ ਮੰਨਿਆ ਜਾ ਰਿਹਾ ਹੈ ਵੱਲੋਂ ਜਾਂਚ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੇਰਾ ਨਾਮ ਤਰਲੋਚਨ ਸਿੰਘ ਸੋਹਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਸੇਵਾਦਾਰ। ਅਸੀਂ ਅੱਜ ਉੱਚ ਅਧਿਕਾਰੀਆਂ ਦੇ ਕੋਲ ਪਹੁੰਚੇ ਇੱਕ ਦਰਖਾਸਤ ਲੈ ਕੇ, ਜੋ ਕਿ ਨਿਤਨੇਮ ਦੇ ਗੁਰਕਾ ਸਾਹਿਬ ਦੀ ਬੇਅਦਬੀ ਕਰਕੇ ਜਿਹੜਾ ਸੋਸ਼ਲ ਮੀਡੀਆ ਤੇ ਪਾਇਆ ਗਿਆ, ਉਸ ਸਬੰਧ ਵਿੱਚ ਇੱਥੇ ਪਹੁੰਚੇ ਹਾਂ ਕਿ ਜੋ ਕਿ ਸੁਖਦੇਵ ਸਿੰਘ ਨਾਗੋ ਕੇ 31 ਨੰਬਰ ਦੁਕਾਨ ਵਾਲਾ ਜਿਹੜਾ ਦਰਬਾਰ ਸਾਹਿਬ ਲਾਗੇ ਗੁਰਕੇ ਸਾਹਿਬ ਤੇ ਪੋਥੀਆਂ ਵੇਚਦਾ ਤੇ ਕਕਾਰ ਵੇਚਦਾ ਵਾ, ਉਹਦੀ ਦੁਕਾਨ ਤੇ ਉਸ ਬੰਦੇ ਨੇ ਇਹ ਜਿਹੜੀ ਆ ਸਾਰੀ ਵੀਡੀਓ ਬਣਾਈ ਆ, ਸਾਰਾ ਕੁਝ ਉਹਨੇ ਕੀਤਾ। ਉਸ ਸਬੰਧ ਦੇ ਵਿੱਚ ਅਸੀਂ ਅੱਜ ਉੱਚ ਅਧਿਕਾਰੀਆਂ ਕੋਲ ਆਏ ਕਿ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਆਈਜੀ ਰੇਂਜ ਬਾਰਡਰ ਅੰਮ੍ਰਿਤਸਰ ਵਿਖੇ ਪਹੁੰਚੇ ਹਾਂ। ਇੱਥੇ ਇੱਕ ਇਹਨਾਂ ਨੂੰ ਦਰਖਾਸਤ ਦੇਣ ਵਾਸਤੇ ਆਏ ਹਾਂ ਕਿ ਜੋ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ, ਉਸ ਵੀਡੀਓ ਦੇ ਵਿੱਚ ਗੁਟਕਾ ਸਾਹਿਬ ਦਾ ਬਹੁਤ ਜ਼ਿਆਦਾ ਨਿਰਾਦਰ ਹੋਇਆ ਤੇ ਪ੍ਰਸ਼ਾਸਨ ਨੇ ਮਹਿਤਾ ਥਾਣੇ ਵਿੱਚ ਇੱਕ ਪਰਚਾ ਦਰਜ ਕੀਤਾ ਸੀ। ਜਿਹੜਾ ਅਸਲ ਦੋਸ਼ੀ ਹੈ ਉਹ ਸੁਖਦੇਵ ਸਿੰਘ 31 ਨੰਬਰ ਨਾਗੋ ਕੇ ਅਤੇ ਨਾਲ ਉਹਦਾ ਇੱਕ ਸਾਥੀ ਜਿਹਨੇ ਵੀਡੀਓ ਬਣਾਈ ਹੈ। ਅਸੀਂ ਉਹਨਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਅੱਜ ਇੱਥੇ ਪਹੁੰਚੇ ਹਾਂ ਕਿ ਜਿਹੜੇ ਅਸਲ ਦੋਸ਼ੀ ਹਨ ਉਹਨਾਂ ਨੇ ਕੋਰਟ ਬਾਬਾ ਬਕਾਲਾ ਸਾਹਿਬ ਨੂੰ ਵੀ ਗੁੰਮਰਾਹ ਕੀਤਾ ਹੈ
ਤੇ ਪੁਲਿਸ ਨੂੰ ਗੁੰਮਰਾਹ ਕੀਤਾ ਹੈ ਤੇ ਬਣਦੀ ਉਹਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਦੇ ਤੱਥਾਂ ਸਮੇਤ ਜਿਹੜੇ ਸਬੂਤ ਸਾਡੇ ਕੋਲ ਨੇ ਹਾਂ ਉਹਦੇ ਵੀਡੀਓ ਦੇ ਵਿੱਚ ਜਿਹੜੇ ਉਹ ਮੰਨਿਆ ਕਿ ਮੇਰੇ ਹੱਥ ਨੇ ਮੈਂ ਵੀਡੀਓ ਬਣਾਈ ਆ ਤੇ ਗੁਟਕਾ ਸਾਹਿਬ ਦਾ ਜਿਹੜਾ ਨਰਾਦਰ ਹੋਇਆ ਸੀ ਮੇਰੇ ਕੋਲ ਉਹਦਾ ਮੈਂ ਸੰਸਕਾਰ ਵੀ ਘਰੇ ਕਰ ਦਿੱਤਾ ਤੇ ਉਹ ਸਾਡੇ ਕੋਲ ਉਹ ਵੀ ਵੀਡੀਓ ਹੈਗੀ ਆ। ਜਦੋਂ ਵੀ ਸਾਡੇ ਕੋਲ ਉੱਚ ਅਧਿਕਾਰੀ ਉਹ ਪ੍ਰੂਫ ਮੰਗਣਗੇ ਅਸੀਂ ਉਸੇ ਵੇਲੇ ਉਹਨਾਂ ਨੂੰ ਦੇਣ ਨੂੰ ਤਿਆਰ ਵਾਂ। ਅੱਜ ਵੀ ਅਸੀਂ ਮੰਗ ਪੱਤਰ ਜਿਹੜੀ ਦਰਖਾਸਤ ਆ ਉਹਦੇ ਨਾਲ ਇਹ ਪ੍ਰੂਫ ਵੀ ਲਾਏ ਜਾ ਰਹੇ ਆ। ਉਸ ਤੋਂ ਬਾਅਦ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜਲਦੀ ਕਰਾਉਣਾ ਚਾਹੁੰਦੇ ਆ ਕਿਉਂਕਿ ਜਥੇਬੰਦੀਆਂ ਜਿਹੜੀਆਂ ਵਾ ਅਸਲ ਦੋਸ਼ੀ ਜਿਹੜੇ ਆ ਉਹ ਲੁਕ ਜਾਂਦੇ ਆ, ਦੂਜੀਆਂ ਨਜਾਇਜ਼ ਜਿਹੜੇ ਪਰਚੇ ਹੁੰਦੇ ਆ ਅਸੀਂ ਉਹ ਨਹੀਂ ਹੋਣ ਦੇਵਾਂਗੇ। ਅਸੀਂ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਵੱਡਾ ਝਟਕਾ ਦਿੰਦਿਆਂ ਮਰਹੂਮ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ ਫੜ ਲਿਆ। ਇਸ ਲਈ ਮੋਹਾਲੀ ਦੇ ਫੇਸ 11 ਸਥਿਤ ਗੁਰਦੁਆਰਾ ਸਾਹਿਬ 'ਚ ਸਮਾਗਮ ਵੀ ਕਰਵਾਇਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਪੰਥਕ ਆਗੂ ਮਨਜੀਤ ਸਿੰਘ ਜੀਕੇ, ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਗੁਰਸੇਵ ਸਿੰਘ ਹਰਪਾਲਪੁਰ ਆਦਿ ਸੀਨੀਅਰ ਆਗੂ ਸ਼ਾਮਲ ਸਨ। ਕਿ ਅੱਜ ਸਾਡੇ ਨਾਲ ਸਰਦਾਰ ਰਣਜੀਤ ਸਿੰਘ ਤਲਵੰਡੀ ਜਿਨ੍ਹਾਂ ਦਾ ਪਰਿਵਾਰ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਅਸਲੀ ਕਿ ਪੁਸ਼ਤਾਂ ਤੋਂ ਲਾ ਕੇ ਅਕਾਲੀ ਨੇ, ਉਹ ਆ ਕੇ ਆਪਣੇ ਸਾਥੀਆਂ ਨਾਲ ਸਾਡੇ ਨਾਲ ਸ਼ਾਮਲ ਹੋਏ ਨੇ। ਸਰਦਾਰ ਬਲਦੇਵ ਸਿੰਘ ਜੀ ਇਹ ਵੀ ਐਕਸ-MLA ਨੇ, ਇਹ ਵੀ ਆਪਣੇ ਸਾਥੀਆਂ ਨਾਲ ਸਾਡੇ ਨਾਲ ਰਣਜੀਤ ਸਿੰਘ ਨਾਲ ਸ਼ਾਮਲ ਹੋਏ ਨੇ। ਇਹ ਤੁਹਾਨੂੰ ਪਤਾ ਹੀ ਹੈ ਕਿ ਤਲਵੰਡੀ ਸਾਹਿਬ ਜਿਨ੍ਹਾਂ ਨੂੰ ਲੋਹ ਪੁਰਸ਼ ਦੇ ਤੌਰ ਤੇ ਜਾਣਿਆ ਜਾਂਦਾ ਸੀ, ਜਥੇਦਾਰ ਜਗਦੇਵ ਸਿੰਘ ਤਲਵੰਡੀ ਔਰ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਗਿਆਨੀ ਕਰਤਾਰ ਸਿੰਘ ਨੂੰ, ਜੋ ਸਾਡੇ ਪੰਜਾਬੀਆਂ ਦਾ ਕਹਿ ਲਓ ਸਿੱਖਾਂ ਦਾ ਦਿਮਾਗ ਗਿਣਿਆ ਜਾਂਦਾ ਸੀ, ਉਹਨਾਂ ਨੂੰ ਸਿਰਫ ਇਲੈਕਸ਼ਨ ਲੜਾਉਣ ਲਈ ਇੱਕ ਮਰਬਾ ਸਰਦਾਰ ਜਥੇਦਾਰ ਸ਼ਾਂਗਾ ਸਿੰਘ ਜੀ ਨੇ ਦਿੱਤਾ ਸੀ, ਜੋ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਿਤਾ ਜੀ ਸੀ। ਤੇ ਹੁਣ ਇਹ ਆਏ ਨੇ, ਪਹਿਲਾਂ ਇਹਨਾਂ ਤੋਂ ਵੀ ਪਹਿਲਾਂ ਸਾਡੇ ਨਾਲ ਇਹਨਾਂ ਦੀ ਭੈਣ ਜਥੇਦਾਰ ਜਗਦੇਵ ਸਿੰਘ ਦੀ ਤਲਵੰਡੀ ਜੀ ਦੀ ਸਪੁੱਤਰੀ ਬੀਬੀ ਹਰਜੀਤ ਕੌਰ ਪਹਿਲੇ ਦਿਨ ਤੋਂ ਹੀ ਸਾਡੀਆਂ ਸਾਰੀਆਂ ਮੀਟਿੰਗਾਂ 'ਚ ਆਉਂਦੇ ਰਹੇ ਨੇ ਔਰ ਉਹਨਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ। ਮੈਂ ਇਹਨਾਂ ਦੇ ਬਹੁਤ ਸਾਥੀ ਸੀ, ਅੱਜ ਉਹਨਾਂ ਨੂੰ ਉੱਤੇ ਅਸੀਂ ਉੱਪਰ ਸਰੋਪਾ ਵੀ ਨਹੀਂ ਦੇ ਸਕੇ, ਸਿਰਫ ਦੋਵਾਂ ਨੂੰ ਦਿੱਤਾ ਕਿ ਸਰਦਾਰ ਰਣਜੀਤ ਸਿੰਘ ਤਲਵੰਡੀ ਨਾਲ ਬਹੁਤ ਵੱਡਾ ਕਾਫਲਾ ਵੀ ਆਇਆ। ਇਹਨਾਂ ਦੇ ਰੋਕਣ ਦੇ ਬਾਵਜੂਦ ਵੀ ਅਸੀਂ ਵੀ ਰੋਕਿਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਦੇ ਹੁਕਮ ਨੇ ਕਿ ਬੰਦੇ ਇਕੱਠੇ ਨਹੀਂ ਕਰਨੇ, ਤੇ ਉਸ ਕਰਕੇ ਪਰ ਫਿਰ ਵੀ ਬਹੁਤ ਵੱਡੇ ਕਾਫਲੇ 'ਚ ਲੋਕੀ ਆਏ ਨੇ। ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਲਮੋਚੜ ਕਲਾਂ ਦੇ ਖੇਡ ਗਰਾਊਂਡ ਵਿਖੇ 4 ਨੌਜਵਾਨਾਂ ਨੇ ਕੋਚਿੰਗ ਦੇਣ ਵਾਲੇ ਕੋਚ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਇਹ ਹਮਲਾ ਕਿਉਂ ਹੋਇਆ ਇਸ ਦੇ ਬਾਰੇ ਵੀ ਦੱਸਦੇ ਹਾਂ ਤੁਹਾਨੂੰ। ਮਿਲੀ ਜਾਣਕਾਰੀ ਅਨੁਸਾਰ ਪਿੰਡ ਲਮੋਚੜ ਕਲਾਂ ਦੇ ਵਿੱਚ ਬਣੇ ਖੇਡ ਗਰਾਊਂਡ ਵਿੱਚ ਰਣਜੀਤ ਸਿੰਘ ਕੋਚ ਵੱਲੋਂ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਸੇ ਥਾਂ ਤੇ ਕੁਝ ਅਵਾਰਾ ਕਿਸਮ ਦੇ ਨੌਜਵਾਨਾਂ ਵੱਲੋਂ ਲੜਕੀਆਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਸੀ। ਜਿਸ ਸੰਬੰਧੀ ਕੋਚ ਵੱਲੋਂ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਸ਼ਿਕਾਇਤ ਨੂੰ ਲੈ ਕੇ ਗੁੱਸੇ ਵਿੱਚ ਆਏ ਇਹਨਾਂ ਬਦਮਾਸ਼ਾਂ ਵੱਲੋਂ ਗਰਾਊਂਡ ਵੱਲ ਜਾਂਦੇ ਕੋਚ ਨੂੰ ਰਸਤੇ ਵਿੱਚ ਘੇਰ ਲਿਆ ਗਿਆ ਅਤੇ ਉਸ ਤੇ ਕਾਤਿਲਾਨਾ ਹਮਲਾ ਕਰ ਦਿੱਤਾ ਗਿਆ ਅਤੇ ਇਸ ਘਟਨਾ ਦੇ ਵਿੱਚ ਕੋਚ ਦੇ ਸਿਰ ਤੇ ਵਿੱਚ 13 ਸੱਟਾਂ ਲੱਗੀਆਂ ਨੇ। ਘਟਨਾ 'ਚ ਜ਼ਖਮੀ ਹੋਏ ਕੋਚ ਨੂੰ ਉਸ ਦੇ ਵਿਦਿਆਰਥੀਆਂ ਵੱਲੋਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। मेरा नाम रंजीत सिंह है। मैं पंजाब स्कूल एजुकेशन बोर्ड के बतौर DPA सरकारी मुलाजम काम करना। पिछले कुछ सालों तो मैं जो फ्री कोचिंग दे रहा नौजवान मुंडे कुड़ियां लमोचड़ कलां स्टेडियम के उत्थे पिछले कुछ दिन कोई आए सी शरारती अनसर जोड़े नशेड़ी लोग से तो उन्होंने कुड़ियां नूं गलत कमेंट करे। असी रोकिया सी तो साडे नाल उन्होंने गाली गलोच करिया। उस तो बाद पंचायत ने उन्होंने रोकिया, उन्होंने पंचायत वालों दरखास्त भी दी कि ग्राउंड आने तो उन्होंने रोकिया जी। उस रंजिश के तहत अज जो मैं ग्राउंड जा रहा तो उन्होंने रस्ते में गड्डी ते खड़े से जोड़े 4 जने उन्होंने गड्डी ला के मैंने अगे जाके रोके तो मेरे तो जो सीधा कापिया हौकिया तो बैंता वार करने शुरू कर। मैं तो बेहोश हो गया। फिर वो पूरी तरह जो कुटमार करके बेहोशी की हालत में मैंने छड्ड के जोड़े चले गए। वो एक जी मनदीप सिंह मोहंदे वाले तो वो पिछे भी कई परचे आपके आप गैंगस्टर समझदा जो पूरे इलाके का जो माहौल खराब किया। ਉਹਦੇ ਨਾਲ ਇੱਕ ਨੰਨਾ ਉਹਦਾ ਸਿੱਧਾ ਨਾਮ ਕੁਲਵਿੰਦਰ ਸਿੰਘ ਆ, ਟਾਣੀ ਮਾਨ ਸਿੰਘ ਫੱਤੂ ਵਾਲੇ ਤੋਂ ਹੈਗਾ ਜੀ। ਉਹ ਵੀ ਆਪਣੇ ਆਪ ਨੂੰ ਗੈਂਗਸਟਰ ਸਮਝਦਾ
ਕਾਫੀ ਉਹਦੇ ਕਿਤੇ ਵੀ ਪਰਚੇ ਹੈਗੇ ਆ। ਨਾਲ ਹੀ ਗੋਲਡੀ ਮੁੰਡਾ ਹੈਗਾ ਮੋਜੇ ਵਾਲੇ ਤੋਂ, ਕੁਲਵੰਤ ਸਿੰਘ ਦਾ ਲੜਕਾ, ਅਤੇ ਉਹਦੇ ਨਾਲ ਇੱਕ ਗੁਰਸੇਵਕ ਸਿੰਘ ਜੋ ਗੱਡੀ ਚਲਾ ਕੇ ਆਇਆ ਸੀ, ਮੁਖਤਿਆਰ ਸਿੰਘ ਦਾ ਲੜਕਾ, ਇਹ ਵੀ ਮੋਜੇ ਵਾਲੇ। ਇਹ ਚਾਰੋਂ ਜਿਹੜੇ ਮੁਲਜ਼ਮ ਹੋਏ ਸੀ, ਇਹਨਾਂ ਨੇ ਬੇਰਹਿਮੀ ਨਾਲ ਜਿੱਦਾਂ ਕਿ ਕਿਸੇ ਦਾ ਕਤਲ ਕਰਨਾ ਹੁੰਦਾ ਹੈ ਉੱਦਾਂ ਜਿਹੜਾ ਮੇਰੇ 'ਤੇ ਸੱਟਾਂ ਮਾਰ ਕੇ ਸੱਟ ਕੇ ਮੈਨੂੰ ਬੇਹੋਸ਼ੀ ਹਾਲਤ 'ਚ ਚਲੇ ਗਏ। ਮੈਂ ਇਹੀ ਚਾਹੁੰਦਾ ਵੀ ਪੰਜਾਬ ਦਾ ਜਿਹੜਾ ਕਲਚਰ ਕਿੰਨਾ ਖਰਾਬ ਹੋ ਰਿਹਾ ਵੀ ਜਿਹੜੇ ਸਮਾਜ ਸੇਵੀ ਹੈਗੇ ਆ, ਚੰਗੇ ਲੋਕ ਆ, ਉਹਨਾਂ 'ਤੇ ਸ਼ਰੇਆਮ ਜਿਹੜੀ ਗੁੰਡਾਗਰਦੀ ਗੈਂਗਸਟਰ ਹਮਲੇ ਕਰ ਰਹੀ ਆ। ਇਸ ਬਰਾਬਰ 'ਤੇ ਅਸੀਂ ਪਹਿਲਾਂ ਦਰਖਾਸਤ ਵੀ ਦਿੱਤੀ ਸੀ, ਜੇ ਪੁਲਿਸ ਨੇ ਪਹਿਲਾਂ ਹੀ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਮੈਨੂੰ ਵੀ ਦਿਨ ਦੇਖਣਾ ਨਾ ਪੈਂਦੇ, ਮੇਰੇ 'ਤੇ ਇੰਨਾ ਤਗੜਾ ਹਮਲਾ ਨਾ ਹੁੰਦਾ। ਪਹਿਲਾਂ ਦਰਖਾਸਤ ਇਹਨਾਂ 'ਤੇ ਦਿੱਤੀ ਸੀ ਵੀ ਇਹ ਸਾਨੂੰ ਤੰਗ ਕਰਦੇ ਆ, ਸਾਨੂੰ ਧਮਕੀਆਂ ਦਿੰਦੇ ਆ, ਪਰ ਜਿਹੜਾ ਪੁਲਿਸ ਨੇ ਉਹਦੇ 'ਤੇ ਕੋਈ ਗੌਰ ਨਹੀਂ ਕੀਤਾ। ਲਗਭਗ 10 ਦਿਨ ਹੋ ਗਿਆ ਬਸ ਉਸੇ ਸ਼ਹਿਰ ਦੇ ਵਿੱਚ ਕਿ ਸਾਡੇ 'ਤੇ ਕੋਈ ਕਾਰਵਾਈ ਨਹੀਂ ਹੋਈ, ਅਤੇ ਉਹ ਸ਼ਹਿਰ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ 'ਤੇ ਅਟੈਕ। ਸਰ ਦੇਖੋ ਜੀ, ਇਹ ਜਿਹੜੇ ਜਿਨ੍ਹਾਂ ਨੇ ਇਹਨਾਂ 'ਤੇ ਹਮਲਾ ਕੀਤਾ ਜੀ, ਉਹ 4 ਮੁੰਡੇ ਹੈਗੇ ਆ ਜੀ। ਉਹ ਸਾਡੇ ਗਰਾਊਂਡ ਮਤਲਬ ਆਏ ਜਾਂਦੇ ਸੀਗੇ ਅਤੇ ਉੱਥੇ ਜਾ ਕੇ ਲੜਕਿਆਂ ਨੂੰ ਮਤਲਬ ਗਲਤ ਕਮੈਂਟ ਕਰਦੇ ਸੀ, ਜਿਹਦੇ ਕਰਕੇ ਲੜਕਿਆਂ ਨੇ ਮਤਲਬ ਸਾਨੂੰ ਸ਼ਿਕਾਇਤ ਕੀਤੀ ਅਤੇ ਅਸੀਂ ਉਹਨਾਂ ਨੂੰ ਸਮਝਾਇਆ। ਪਿੰਡ ਦੀ ਪੰਚਾਇਤ ਨੂੰ ਵੀ ਕਿਹਾ, ਪੰਚਾਇਤ ਨੇ ਵੀ ਸਮਝਾਇਆ, ਪਰ ਉਹ ਨਾ ਟਲੇ। ਉਲਟਾ ਉਹ ਸਾਨੂੰ ਧਮਕੀਆਂ ਦੇਣ ਲੱਗੀ। ਅਸੀਂ ਉਹ 'ਤੇ ਧਮਕੀਆਂ ਤੋਂ ਚੱਲਦੇ ਅਸੀਂ ਦਰਖਾਸਤ ਦਿੱਤੀ ਸਦਰ ਥਾਣੇ ਜਲਾਲਾਬਾਦ, ਪਰ ਉਹਦੀ ਕੋਈ ਵੀ ਕਾਰਵਾਈ ਨਾ ਹੋਈ ਸਾਡੇ 'ਤੇ। ਉਸ ਤੋਂ ਬਾਅਦ ਮਤਲਬ ਜਦੋਂ ਅੱਜ ਸਰ ਤੜਕੇ ਜਿੰਮ ਜਾ ਰਹੇ ਸੀਗੇ 5 ਵਜੇ, 5 ਸਵਾ 5 ਦੇ ਕਰੀਬ ਟਾਈਮ ਸੀਗਾ, ਅਤੇ ਇਹਨਾਂ ਨੂੰ ਰਸਤੇ 'ਚ ਉਹਨਾਂ ਮਤਲਬ ਘੇਰ ਲਿਆ ਅਤੇ ਸਰ ਨੇ ਮਤਲਬ ਬਾਈਕ ਥੋੜ੍ਹੀ ਬਾਈਕ 'ਤੇ ਹੈਗੇ ਸੀ, ਉਹਨਾਂ ਦੀ ਗੱਡੀ ਹੈਗੀ ਸੀਗੀ। ਸਰ ਨੇ ਮਤਲਬ ਬਾਈਕ ਵੇਖ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਤੇਜ਼ ਕਰ ਲਿਆ ਅਤੇ ਅੱਗੇ ਜਾ ਕੇ ਮਤਲਬ ਆਪਦੇ ਬਚਾਅ ਲਈ ਇੱਕ ਜਿੰਮ ਓਪਨ ਸੀਗੀ ਅਤੇ ਉੱਥੇ ਜਾ ਕੇ ਮਤਲਬ ਇਹ ਖੜ੍ਹ ਗਏ ਅਤੇ ਉਹ ਉੱਥੋਂ ਆ ਗਏ ਅਤੇ ਉਹਨਾਂ ਨੇ ਜਿੰਮ ਦਾ ਲੋਕ ਤੋੜ ਕੇ ਅਤੇ ਮਤਲਬ ਸਰ 'ਤੇ ਜੋ ਹਮਲਾ ਕੀਤਾ ਅਤੇ ਉਹਨਾਂ ਨੂੰ ਜਾਨਲੇਵਾ ਹਮਲਾ ਕੀਤਾ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਮਕਸਦ ਤਾਂ ਜਾਨੋਂ ਮਾਰਨ ਦਾ ਸੀ, ਪਰ ਉਹਨਾਂ ਦੀ ਖੁਸ਼ਕਿਸਮਤੀ ਹੈ ਮਤਲਬ ਇਹ ਬਚ ਗਏ। ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿਲਾਇਆ ਜਾਏ ਅਤੇ ਉਹਨਾਂ ਚਾਰਾਂ ਨੂੰ ਫੜ ਕੇ ਅਤੇ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਜਾ ਕੇ ਅੱਗੇ ਵੀ ਕੋਈ ਵੀ ਉਹ ਇਹੋ ਕੰਮ ਨਾ ਕਰ ਸਕਣ। ਉਹ ਜੀ ਦਰਅਸਲ ਜਿਹੜਾ ਰਣਜੀਤ ਸਿੰਘ ਕੋਚ ਹੈ ਨਾ ਜੀ, ਪੁੱਤਰ ਚਿਮਨ ਸਿੰਘ ਲਮੋਚੜ ਕਲਾਂ ਦਾ, ਇਹ ਐਕਚੁਅਲੀ ਸੁਬਾਹ ਸ਼ਾਮ ਬੱਚਿਆਂ ਨੂੰ ਲਮੋਚੜ ਕਲਾਂ ਦੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਵਗੈਰਾ ਕਰਾਉਂਦਾ। ਉੱਥੇ ਕੋਈ ਆਪਣਾ ਗੁਰਵਿੰਦਰ ਸਿੰਘ ਗੋਲਡੀ, ਮਨਦੀਪ, ਕੁਲਵਿੰਦਰ ਸਿੰਘ ਉਰਫ ਨੰਨਾ, ਗੁਰਸੇਵਕ ਸਿੰਘ ਪੁੱਤਰ ਮੁਖਤਿਆਰ ਸਿੰਘ ਮੋਜੇ ਵਾਲੇ, ਇਹ 4 ਲੜਕੇ ਜਿਹੜੇ ਉੱਥੇ ਆ ਕੇ ਕੋਈ ਬੱਚਿਆਂ ਨੂੰ ਤੰਗ ਕਰਦੇ ਸੀ। ਇਹਨੇ ਕੋਈ 10-15 ਦਿਨ ਪਹਿਲਾਂ ਪੰਚਾਇਤ ਨੂੰ ਸ਼ਿਕਾਇਤ ਕਰਤੀ ਟੀਚਰ ਰਣਜੀਤ ਨੇ, ਡੀਪੀ ਨੇ, ਵੀ ਉਹਦੇ ਪ੍ਰਤੀ ਪੰਚਾਇਤ ਨੇ ਉਹਨਾਂ ਨੂੰ ਰੋਕਤਾ। ਉਸੇ ਰੰਜਿਸ਼ ਕਰਕੇ ਅੱਜ ਉਹਨਾਂ ਨੇ ਉਹਨੂੰ ਇੱਥੇ ਜਿਹੜੇ ਸੱਟਾਂ ਮਾਰੀਆਂ ਉਹਦੇ, ਅਤੇ ਕਰੀਬ 13 ਸੱਟਾਂ ਲੱਗੀਆਂ ਟੋਟਲ ਉਹਦੇ ਕੋਲ ਹੋਊਗੀ ਜੀ। ਅਜੇ ਬਿਆਨ ਹੀ ਅਸੀਂ ਹਾਸਲ ਕੀਤਾ ਦੋਸ਼ੀ ਦਾ, ਆਪਣੇ ਦਾ ਸੌਰੀ ਮਦਈ ਦਾ, ਚਰਨਜੀਤ ਸਿੰਘ ਦਾ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। ਜਲਾਲਾਬਾਦ ਬਲਾਕ ਵਿੱਚ ਮਨਰੇਗਾ ਦੇ ਤਹਿਤ 426 ਕਰੋੜ ਰੁਪਏ ਦੇ ਕੰਮ ਹੋਣੇ ਹਨ, ਜਿਨ੍ਹਾਂ ਦੀ ਸ਼ੁਰੂਆਤ ਜਲਾਲਾਬਾਦ ਦੇ ਪਿੰਡ ਮੋਕਮ ਰਾਈਆਂ ਤੋਂ ਹੋਈ ਹੈ, ਜੋ ਕਿ ਸ਼ੁਰੂ ਹੁੰਦੇ ਸਾਰ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇੱਥੇ ਸਾਬਕਾ ਸਰਪੰਚ ਅਤੇ ਪਿੰਡ ਵਾਸੀਆਂ ਦਾ ਆਰੋਪ ਹੈ ਕਿ ਮਨਰੇਗਾ ਦੇ ਤਹਿਤ ਕੰਮ ਠੇਕੇਦਾਰੀ ਸਿਸਟਮ ਵਿੱਚ ਕਰਾਇਆ ਜਾ ਰਿਹਾ ਹੈ, ਜੋ ਕਿ ਸਿੱਧੇ ਤੌਰ ਤੇ ਮਨਰੇਗਾ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੂੰ ਮਨਰੇਗਾ ਦੇ ਤਹਿਤ ਕੰਮ ਨਾ ਦੇ ਕੇ ਬਾਹਰ ਦੀ ਲੇਬਰ ਤੋਂ ਕੰਮ ਲਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਜੋ ਕੰਮ ਚੱਲ ਰਿਹਾ ਹੈ ਉਸ ਦੇ ਵਿੱਚ ਵੀ ਪੀਲੀਆਂ ਇੱਟਾਂ ਅਤੇ ਰੇਤ ਦੀ ਥਾਂ ਤੇ ਮਿੱਟੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਮਨਰੇਗਾ ਸੈਂਟਰ ਸਰਕਾਰ ਦੀ ਸਕੀਮ ਹੈ ਅਤੇ ਠੇਕੇਦਾਰੀ ਸਿਸਟਮ ਨੂੰ ਠੱਲ ਪਾਉਣ ਦੇ ਲਈ ਹੀ ਇਸ ਨੂੰ ਲਾਗੂ ਕੀਤਾ ਗਿਆ ਸੀ, ਤਾਂ ਜੋ ਗਰੀਬ ਮਜ਼ਦੂਰਾਂ ਨੂੰ ਸਿੱਧੀ ਉਹਨਾਂ ਦੀ ਮਿਹਨਤ ਦਾ ਪੈਸਾ ਉਹਨਾਂ ਦੇ ਖਾਤੇ ਵਿੱਚ ਦਿੱਤਾ ਜਾ ਸਕੇ। ਮੈਂ ਕਹਿਣਾ ਚਾਹਨਾ ਵੀ ਜਿਹੜੀ ਇੱਟ ਹੈ ਨਾ, ਇੱਟ ਨੂੰ ਹੱਥ ਨਾਲ ਤੋੜੀਏ ਤਾਂ ਉਹ ਵੀ ਟੁੱਟ ਜਾਂਦੀ, ਜਿਹੜੀ ਇੱਟਾਂ ਤੇ ਲਾਈ ਜਾਂਦੇ ਸੜਕਾਂ ਤੇ। ਜੇ ਲਾਣੀ ਹੈ ਤਾਂ ਕੋਈ ਚੱਜ ਦੀ ਲਾਣ ਇੱਟ। ਇੱਕ ਰੇਤਾ ਇੱਥੇ ਲਾ ਰਹੇ ਆ, ਕਹਿ ਰਹੇ ਕੱਕਾ ਰੇਤਾ ਇਹ। ਕੋਈ ਕੱਕਾ ਨਹੀਂ, ਮਿੱਟੀ ਦੇ ਵਿੱਚ ਸੀਮੈਂਟ ਲਾ ਕੇ ਤੂੰ ਹੀ ਮਣਿਆਂ ਤੇ ਪਾਈ ਜਾਂਦੇ, ਬਸ ਮਣਿਆਂ ਤੇ ਬਜਰੀ ਪੈਣੀ ਚਾਹੀਦੀ ਜੀ। ਮਿੱਟੀ ਵਿੱਚ ਰਲਾ ਕੇ ਸੀਮੈਂਟ। ਖੱਡਾ ਸਾਡੇ ਕੋਲ ਤੇ ਸਾਡੀ ਜ਼ਮੀਨ 'ਚ ਹੀ ਲੱਗਿਆ ਪਿਆ। ਅੱਛਾ, ਹਾਂਜੀ, ਮਿੱਟੀ ਦੇ ਵਿੱਚ ਰਲਾ ਕੇ ਲਾਈ ਮਿੱਟੀ ਦੇ ਵਿੱਚ ਰਲਾ ਕੇ ਲਾਈ ਜਾਂਦੇ। ਕਹਿ ਨਹੀਂ ਸਕਦੇ, ਜਿਹੜਾ ਵੀ ਇੱਟ ਤਾਂ ਪਿੱਲੀ ਜਮਾ, ਜਿਵੇਂ ਐਵੇਂ ਚੁਣੀ ਜਿਵੇਂ ਵੀ ਮਿੱਟੀ ਦੀ ਬਣੀ ਜਾਂ ਕਿਸ ਤਰ੍ਹਾਂ। ਦੂਜਾ ਨੰਬਰ ਇਹ ਹੈਗਾ ਤੇ ਜਿਹੜਾ ਰੇਤਾ ਹੈ, ਰੇਤੇ ਦੀ ਮਿੱਟੀ, ਅੱਧਾ ਰੇਤਾ ਅੱਧੀ ਮਿੱਟੀ ਆ ਰਹੀ ਜੀ। ਆਹ ਕੰਮ ਨੇ, ਆਹ ਠੇਕੇਦਾਰ ਦੇ ਕੰਮ ਨੇ ਜੀ। ਨਰੇਗਾ ਵਾਲੇ ਤਾਂ ਸਰ ਪੈਸੇ ਤਾਂ ਲਈ ਜਾਂਦੇ ਨੇ ਪਰ ਲੱਗੀ ਨਹੀਂ।
ਲੱਗੀ ਨਹੀਂ ਗੀ ਲੱਗੀ ਨਹੀਂ ਜੀ। ਲੇਬਰ ਬਾਹਰੋਂ ਆਈ ਹੋਈ ਹੈ। ਲੇਬਰ ਬਾਹਰ ਹੋਈ ਰਾਜਸਥਾਨ ਦੀ ਜੀ। ਉਹ ਕੁਆਟਰ ਉਹਨਾਂ ਦਾ ਸਾਵਾ ਮੰਜੇ ਤੇ ਪਏ ਨੇ। ਜੀਐਫਸੀ ਦਿੱਤੀ ਉਹਨੂੰ ਸਰਕਾਰ ਵੱਲੋਂ ਦੀ। ਨਹੀਂ ਪਿੰਡ ਵਾਲਿਆਂ ਨੂੰ ਨਹੀਂ ਦਿੱਤਾ ਜਾ ਰਿਹਾ। ਇਹ ਤਾਂ ਲੇਬਰ ਕਿਤੇ ਬਾਹਰ ਦੀ ਹੈਗੀ ਹੈ। ਲੇਬਰ ਬਾਹਰ ਤੋਂ ਹੈ ਇਹ ਬਾਹਰ। ਅੱਛਾ, ਦੂਸਰਾ ਇੱਥੇ ਕੰਮ ਜਿਹੜੇ ਚੱਲ ਰਹੇ ਨੇ ਕਿਸ ਤਰ੍ਹਾਂ ਚੱਲ ਰਹੇ ਨੇ? ਕੰਮ ਜਿਹੜਾ ਵੇਖ ਲਓ ਸਾਹਮਣੇ ਤੁਹਾਡੇ, ਇੱਟ ਕੁੜੀ ਇਹ ਵੀ ਰੱਦੀ ਇੱਟ ਮਾਂ ਰੱਦੀ ਜਿਹਨੂੰ ਕਹਿੰਦੇ ਨੇ, ਰੇਤਾ ਪਾਈ ਜਾਂਦੇ ਨੇ ਤੇ ਆ ਸਾਰਾ ਗੰਦ ਦੇ ਉੱਤੇ ਹੀ ਮਾੜਾ ਮੋਟਾ ਕੀਤੀ। ਇੱਕ ਇੱਥੇ ਜਿਹੜੇ ਕੰਮ ਚੱਲ ਰਿਹਾ ਮਿਸਤਰੀ ਕਹਿ ਰਿਹਾ ਕੱਕਾ ਰੇਤਾ ਕੀ ਹੁੰਦਾ? ਰੇਤਾ ਹੁੰਦਾ ਹੀ ਨਹੀਂ ਜੀ ਕੋਈ। ਕੱਕਾ ਰੇਤਾ ਕੋਈ ਹੁੰਦਾ ਹੀ ਨਹੀਂ। ਰੇਤਾ ਹੁੰਦਾ ਅਸਲ ਵਿੱਚ ਚਿੱਟਾ ਵਧੀਆ ਹੈ। ਉਹਦੀ ਵਰਤੋਂ ਹੀ ਨਹੀਂ ਕਰ ਰਿਹਾ। ਉਹਦੀ ਨਹੀਂ ਵਰਤੋਂ ਕਰ ਰਿਹਾ। ਯਾਨੀ ਕਿ ਇਹ ਜਿਹੜੇ ਕੰਮ ਹੋ ਰਹੇ ਆ ਤੁਸੀਂ ਇਹਦੇ ਤੋਂ ਸੰਤੁਸ਼ਟ ਨਹੀਂ ਹੈਗੇ? ਨਹੀਂ ਅਸੀਂ ਨਹੀਂ ਸੰਤੁਸ਼ਟ। ਗਵਰਨਮੈਂਟ ਦਾ ਪੈਸਾ ਪੂਰਾ ਲੱਗ ਰਿਹਾ ਤੇ ਕੰਮ ਕੁਛ ਤਾਂ ਆ ਹੀ ਜਾਂਦੀਆਂ ਨੇ, ਸਾਰੀਆਂ ਤਾਂ ਪਿੱਲੀਆਂ ਨਹੀਂ। ਇਹ ਸਵਾ ਨੰਬਰ ਸਾਰੀਆਂ ਪਿੱਲੀਆਂ ਨੇ ਨਹੀਂ ਤਿੰਨ ਸਾਰੀਆਂ ਥੋੜੀ ਇਸ ਤਰ੍ਹਾਂ ਦੀਆਂ ਨੇ ਜੀ। ਕੋਈ 1 ਜਾਂ 2% ਹੋਇਆ। ਆ ਵੀ ਫੜ ਲੈ ਇੱਧਰ ਦੜੀਆਂ ਲੈ ਚੰਗੀਆਂ ਲੈ ਦੋ ਆਪ ਪਾਣ ਕੇ ਖਾ ਤੇਰੇ ਤੋਂ ਜੋ ਵੀ ਪਿੰਡ ਦੀ ਲੇਬਰ ਲੱਗੀ ਕੋਈ ਪਿੰਡ ਦੀ ਨਹੀਂ। ਉਹ ਲੇਬਰ ਬੈਠੀ ਇਹਨਾਂ ਦੀ ਆਪ ਦੀ ਰਾਜਸਥਾਨ ਦੀ ਉਹ ਖੜੀ ਆ ਇਹਨਾਂ ਦੇ ਮੰਜੇ ਬਿਸਤਰੇ ਪਰ ਕੋਈ ਇੱਕ ਬੰਦਾ ਆਖਦੇ ਪਿੰਡ ਦਾ ਲੱਗਿਆ ਕੋਈ ਪਿੰਡ ਦਾ ਨਰੇਗਾ ਦੇ ਕੋਈ ਨਰੇਗਾ ਪਿੰਡ ਦਾ ਬੰਦਾ ਦਿੱਤਾ ਇਹਨਾਂ ਵੀ ਟੈਲਾਂ ਲਾਉਣ ਵਾਲੇ ਮਿਸਤਰੀ ਤਾਂ ਸਾਡੇ ਆਪ ਦੇ ਨੇ ਜੀ। ਦੂਜੀ ਲੇਬਰ ਵੀ ਤੁਹਾਡੀ ਆਪ ਦੀ ਸਾਰੀ ਕੋਈ ਨਰੇਗਾ ਦਾ ਬੰਦਾ ਹੀ ਤਾਂ ਵੇਖਿਆ ਨਹੀਂ ਕੋਈ ਲੱਗਿਆ ਇੱਥੇ ਨਰੇਗਾ ਦਾ ਬੰਦਾ ਕੋਈ ਨਰੇਗਾ ਦਾ ਅਗਾ ਆ ਉੱਥੇ ਉਹ ਤਾਂ ਸਾਡੇ ਨਾਲ ਦੀ ਲੇਬਰ ਹੈ ਜੀ। ਜਿਹੜੇ ਮਿਸਤਰੀ ਨੇ ਜਿਹੜੇ ਇੰਟਰਲੌਕ ਕਰਦੇ ਨੇ ਉਹ ਮਿਸਤਰੀ ਨੇ ਜੀ। ਉਹ ਮਿਸਤਰੀ ਨੇ? ਹਾਂਜੀ। ਤੇ ਨਰੇਗਾ ਦੇ ਤਹਿਤ ਜਿਹੜੇ ਪਿੰਡ ਵਾਲੇ ਉਹ ਤੁਸੀਂ ਕੰਮ ਦੇ ਰਹੇ ਹੋ? ਹਾਂਜੀ ਰਜਿਸਟਰ ਤੇ ਲਿਖੇ ਹੋਏ ਨੇ ਬਕਾਇਦਾ ਪਿੰਡ ਦੇ ਬੱਚਿਆਂ ਦੇ ਨਾਮ, ਜੋ ਵੀ ਦਿਹਾੜੀ ਤੇ ਜੋ ਚੱਲ। ਇਹਦੇ ਉੱਤੇ ਜੋੜੀ ਜਾਂਦੇ ਨੇ ਕੋਈ ਥੱਲੇ ਦੂਜਾ ਨਹੀਂ ਪਾਉਂਦੇ ਮੈਂ ਦੂਜਾ ਥੋੜਾ ਫਰਜ਼ ਬਣਦਾ ਥੱਲੇ ਇਹਦੇ ਪਾਓ ਦੂਜਾ ਕ੍ਰੈਸ਼ਰ ਪਾਓ ਦੇ ਥੱਲੇ ਪਾਇਆ ਹੋਇਆ ਜੀ। ਕਿਤੇ ਨਹੀਂ ਕ੍ਰੈਸ਼ਰ ਪਾਓ ਸਕੂਲਾਂ ਚ ਪਾਟ ਕੇ ਖਾਣਾ ਕਿਤੇ ਕ੍ਰੈਸ਼ਰ ਕਿਵੇਂ ਪੈ ਨਹੀਂ ਤੁਸੀਂ ਕ੍ਰੈਸ਼ਰ ਸੀਮੈਂਟ ਪਾ ਕੇ ਬਕਾਇਦਾ ਉਹਨੂੰ ਪੱਕੀ ਕਰੋਗੇ ਤਾਂ ਫੇਰ ਹੀ ਖਲੋਵੇਗੀ। ਇਹਦੇ ਤੇ ਤਾਂ ਜੋੜ ਕੇ ਥੋੜਾ ਖਲੋਣਗੀ ਜਾਂਦਾ। ਇਹਦੇ ਤੇ ਕ੍ਰੈਸ਼ਰ ਨਹੀਂ ਪੈਂਦਾ ਜੀ। ਇਹ ਇੰਨੀ ਉੱਚੀ ਹੋਵੇਗੀ ਨਾ। ਹਾਂਜੀ। ਇੰਨੀ ਉੱਚੀ ਹੋਵੇਗੀ ਪਾਣੀ ਨਾਲ ਤਾਂ ਫੇਰ ਵੀ ਤੁਹਾਡੀ ਸੜਕ ਨੀਵੀਂ ਰਹਿ ਜਾਣੀ। ਫਾਇਦਾ ਫਿਰ ਕੀ ਜਾਂ ਉੱਚੀ ਕਰੋ ਬਣਾਓ ਲੋਕਾਂ ਨੂੰ ਸੋਖ ਹੋਵੇ। ਦੇਖੋ ਜੀ ਮੈਨੂੰ ਇਹ ਦੱਸਿਆ ਗਿਆ ਵੀ ਐਸ ਜਿਹੜੀ ਸਿੰਟਡ ਹੈ ਬਸ ਕ੍ਰੈਸ਼ਰ ਵਾਲੀ ਉਹਦੇ ਤੇ ਕ੍ਰੈਸ਼ਰ ਨਹੀਂ ਪੈਂਦਾ, ਗ੍ਰੇਟ ਨਹੀਂ ਪੈਂਦਾ। ਤੁਹਾਨੂੰ ਪਤਾ ਪੈਂਦਾ ਕਿ ਨਹੀਂ ਪੈਂਦਾ ਪਰ ਇਹ ਲਾਈ ਦਾ ਫਾਇਦਾ ਤਾਂ ਨਹੀਂ ਨਾ ਕੋਈ। ਉਹ ਤੁਹਾਨੂੰ ਪਤਾ। ਐਡੀ ਕੋ ਹੈ ਇਹ ਟਾਇਲ ਹੈ ਸਾਰੀ। ਉਹ ਵੇਖੋ ਕਿੰਨੀਆਂ ਮੋਟੀਆਂ ਟਾਇਲਾਂ ਨੇ ਉਹ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਹ ਐਡੀ ਕੋ ਸਾਰੀ। ਹਾਂਜੀ ਇਹਦਾ ਟਾਈਮ ਪਾਸ ਕਰਨਾ ਹੈ। ਤੁਹਾਡੇ ਏਰੀਆ 'ਚ ਆ ਗਏ ਹਾਂ। ਹਾਂ ਆ ਗਏ ਅਸੀਂ ਸਾਡਾ ਜ਼ਿਲ੍ਹਾ ਰਾਣੀਆ ਸਰਸਾ। ਅੱਛਾ। ਕਰਦਾ ਗੱਲ ਇਹ ਤਾਂ ਕੰਮ ਕਰਨ ਆਇਆ ਹੈ। ਹਾਂ ਜੋ ਜੋ ਕਰਾਓਗੇ ਉਹ ਚੰਗਾ ਤਾਂ ਨਹੀਂ ਹੁੰਦਾ ਵੈਸੇ। ਐਂ ਮੈਂ ਕਿਉਂ ਕਹਾਂ ਚੰਗਾ ਹੁੰਦਾ? ਮਾੜਾ ਹੁੰਦਾ ਮੰਨਦੇ ਆ ਨਾ ਤੁਸੀਂ? ਤੇ ਫਿਰ ਮਾੜਾ ਕੰਮ ਕਰੀ ਜਾਂਦੇ ਆ ਨਾ ਆਪ ਹੀ। ਆਪਾਂ ਤਾਂ ਨਹੀਂ ਮਾੜਾ ਕਰਦੇ। ਨਹੀਂ ਠੇਕੇਦਾਰ ਤਾਂ ਮਾੜਾ ਕਰਦਾ ਪਿਆ ਨਾ। ਤੁਹਾਨੂੰ ਤਾਂ ਜੋ ਲਿਆ ਕੇ ਦੇਗਾ ਤੁਸੀਂ ਉਹੀ ਲਾਓਗੇ ਨਾ। ਹੁਣ ਤੁਸੀਂ ਮੈਨੂੰ ਸਮਾਨ ਲਿਆ ਦਿਓਗੇ ਮੈਂ ਤਾਂ ਉਹੀ ਲਾਉਣਾ ਹੈ। ਹਾਂ ਤੁਸੀਂ ਕਹਿ ਰਹੇ ਤੈਨੂੰ ਜਿਹੜਾ ਸਮਾਨ ਮਿਲੇ ਤੂੰ ਕੀ ਲਾਉਣਾ? ਤੁਸੀਂ ਬਾਬੂ ਨੇ ਜਾਈ ਜਾਂ ਫੈਕਟਰੀ ਉਹ ਤਾਂ ਮੈਨੂੰ ਨਹੀਂ ਪਤਾ। ਹਾਂ ਆਪਾਂ ਤਾਂ ਮਾਲ ਜਿਹੜਾ ਮੈਨੂੰ ਦਿਓਗੇ ਮੈਂ ਤਾਂ ਉਹੀ ਲਾਵਾਂਗਾ। ਇਹ ਇੱਟ ਵੇਖ ਲਓ ਤੁਹਾਡੇ ਸਾਹਮਣੇ ਇਹ ਠੇਕੇਦਾਰ ਦਾ ਕੰਮ ਹੈ। ਕੋਈ ਪੰਚਾਇਤ ਦਾ ਠੇਕੇਦਾਰ ਮੇਰੀ ਕੰਧ ਲਾਈ ਜਾਂਦਾ। ਦੱਸੋ ਆ ਵੇਖੋ ਇੱਟ ਵੇਖੀ ਤੁਸੀਂ? ਕੋਈ ਇੱਟ ਤਾਂ ਹੈ ਨਹੀਂ ਕੋਈ ਜਿਵੇਂ ਰੰਗ ਕੀਤੀ ਹੁੰਦੀ ਹੈ। ਇਹ ਕਿਹੜੀ ਦੁਬਾਰਾ ਬਣ ਜਾਣੀ? ਇੱਕ ਵਾਰੀ ਬਣ ਗਈ ਤਾਂ ਵਧੀਆ ਪਿੰਡ ਦਾ ਇਹਨੇ ਪੈਸੇ ਖਰਚ ਹੋ ਜਾਂਦੇ। ਪਹਿਲੀਆਂ ਇੱਟਾਂ ਲਾਈ ਜਾਂਦਾ ਉਹ ਠੇਕੇਦਾਰ। ਪਤਾ ਆਏ ਕਿੱਥੋਂ ਦਾ ਠੇਕੇਦਾਰ ਆਪਾਂ ਜਾਣਦੇ ਵੀ ਨਹੀਂ। ਆਹ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ 4 ਨੰਬਰ ਇੱਟੇ ਮੈਣਾ ਲੇਬਰ ਦੀ। ਉਹ ਸਾਹਮਣੇ ਲੇਬਰ ਬੈਠੀ ਜਾਂਦੀ ਠੇਕੇਦਾਰ ਦੀ। ਉਹ ਸਕੂਲ 'ਚ ਸਾਰੀ ਬਾਹਰੋਂ ਆਈ ਰਾਜਸਥਾਨ ਦੀ ਲੇਬਰ ਹੈ। ਕੋਈ ਪਿੰਡ ਦਾ ਬੰਦਾ ਨਰੇਗਾ ਦਾ ਇੱਕ ਵੀ ਨਹੀਂ ਲੱਗਿਆ ਹੋਇਆ। ਅੱਛਾ। ਉਹ ਸਾਹਮਣੇ ਚੈੱਕ ਕਰਨਾ ਭਾਂਡੇ ਟਿੰਡੇ ਸਭ ਬਣਾਦਾ ਪਿਆ ਉੱਥੇ ਟਰੈਕਟਰ ਵੀ ਖੜਾ ਹੋਣਾ ਮੈਨੂੰ ਲੱਗਦਾ ਉੱਪਰਲੇ ਪਾਸੇ। ਪਿੰਡ ਦਾ ਬੰਦਾ ਤਾਂ ਇੱਕ ਵੀ ਨਹੀਂ ਲੱਗਿਆ। ਜਿਹੜੇ ਕਿ ਪਿੰਡ ਦੇ ਕਿਸੇ ਨੂੰ ਨਹੀਂ ਕੰਮ ਦਿੱਤਾ ਕੋਈ ਨਰੇਗਾ ਦਾ ਬੰਦਾ ਨਹੀਂ ਲੱਗਿਆ। ਸਾਰੀ ਪਿੰਡ ਬਾਹਰ ਦੀ ਰਾਜਸਥਾਨ ਦੀ ਲੇਬਰ ਹੈ। ਤੇ ਉੱਥੇ ਕੀ ਮੰਗ ਕੀ ਕਰਦੇ? ਇਹਦਾ ਕੰਮ ਸਹੀ ਹੋਣਾ ਚਾਹੀਦਾ। ਸਰਕਾਰ ਨੇ ਪੈਸੇ ਦਿੱਤੇ ਨੇ ਤਾਂ ਸਹੀ ਲੱਗਣੇ ਚਾਹੀਦੇ ਨੇ। ਠੀਕ ਵੀ ਕੋਈ ਠੇਕੇਦਾਰ ਕਿਉਂ ਖਾਵੇ? ਸਰਕਾਰ ਇੰਨਾ ਪੈਸੇ ਘੱਲਦੀ ਹੈ। ਐਮਐਲਏ ਸਾਹਿਬ ਪੈਸੇ ਘੱਲਦੇ ਨੇ ਤੇ ਗੰਦ ਲੱਗੀ ਜਾਂਦਾ ਕਿਉਂ ਠੇਕੇਦਾਰ ਹੀ ਖਾਧੀ ਜਾਂਦਾ? ਅੱਜ ਬਲਾਕ ਜਲਾਲਾਬਾਦ ਪਿੰਡ ਮੋਹਕਮਰਾਈਆਂ ਵਿਖੇ ਜੋ ਇੱਕ ਗਲੀ ਦਾ ਕੰਮ ਜੋ ਚੱਲ ਰਿਹਾ ਇੰਟਰਲੌਕ ਟਾਈਲਾਂ ਦਾ ਨਾਲ ਉਹਦੇ ਆਪਣੀਆਂ ਇੱਟਾਂ ਲੱਗ ਰਹੀਆਂ ਬਿਲਕੁਲ ਹੀ ਪਿੱਲੀਆਂ ਨੇ। ਰੇਤਾ ਵੀ ਮਿੱਟੀ ਪਾਈ ਜਾਂਦੇ ਆ। ਦੂਸਰਾ ਜਿਹੜਾ ਨਰੇਗਾ ਦਾ ਕੰਮ ਹੈ ਇਹ ਆਪਾਂ ਠੇਕੇ ਤੇ ਨਹੀਂ ਦੇ ਸਕਦੇ। ਇਹਦਾ ਪ੍ਰੋਪਰ ਐਸਟੀਮੇਟ ਬਣ ਕੇ ਪਾਸ ਹੁੰਦਾ ਹੈ। ਜਿਹੜੇ ਜੌਬ ਕਾਰਡ ਹੈ ਉਹ ਜਿਹੜੀ ਲੇਬਰ ਪਿੰਡ ਦੀ ਹੁੰਦੀ ਉਹ ਲੱਗਦੀ ਹੈ। ਇਹੀ ਤਾਂ ਸਹੂਲਤ ਇੱਕ ਸੈਂਟਰ ਗਵਰਨਮੈਂਟ ਨੇ ਜੋ ਇਹਦਾ ਬਣਾਇਆ ਹੋਇਆ ਵੀ ਨਰੇਗਾ ਦਾ ਮਤਲਬ ਕੀ ਹੈ? ਨਰੇਗਾ ਦਾ ਮਤਲਬ ਹੈ ਪਿੰਡ ਦੇ ਲੋਕਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਦੇਣਾ। ਇਸ ਕਰਕੇ ਇਹ ਸਰਾਸਰ ਜਿਹੜਾ ਘਟੀਆ ਮਟੀਰੀਅਲ ਜਿਹੜਾ ਲਾ ਕੇ ਆ ਇਹ ਬੜਾ ਪੈਸੇ ਦੀ ਵੇਸਟੇਜ ਉਹ ਮਨੀ ਕਰ ਰਹੇ ਆ। ਅਸੀਂ ਤਾਂ ਇਹੀ ਅਪੀਲ ਕਰਾਂਗੇ ਡੀਸੀ ਸਾਹਿਬਾਨ ਨੂੰ ਕਿ ਇਹਦੀ
ਜਿਹੜੀ ਹੈਗੀ ਹੈ ਇਨਕੁਆਇਰੀ ਕਰਾ ਕੇ ਜਿਹੜਾ ਵੀ ਗਲਤ ਮਟੀਰੀਅਲ ਜੇ ਕੋਈ ਵਰਤਿਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ, ਤਾਂ ਕਿ ਜਿਹੜਾ ਨਗਰ ਦਾ ਪਿੰਡ ਦਾ ਨੁਕਸਾਨ ਨਾ ਹੋਵੇ ਤੇ ਸਹੀ ਤਰੀਕੇ ਨਾਲ ਕੰਮ ਕੀਤਾ ਜਾਵੇ। ਹੁਕਮਰਾਈਆਂ ਪਿੰਡ ਦੇ ਵਿੱਚ ਹੀ ਜਿਹੜਾ ਜਿਸ ਤਰ੍ਹਾਂ ਕਿ ਹੁਣ ਪਤਾ ਲੱਗਿਆ GRS ਤੋਂ ਵੀ ਕੰਮ ਜਿਹੜਾ ਉੱਥੇ ਚੱਲ ਰਿਹਾ, ਉਹਦੇ 'ਚ ਇਹ ਹੈ ਵੀ ਜੇ ਕੋਈ ਉੱਥੇ ਕੋਈ ਮਾੜਾ ਮਟੀਰੀਅਲ ਲੱਗ ਰਿਹਾ ਉਹਦੀ ਮੈਂ ਖੁਦ ਜਾ ਕੇ ਮੌਕੇ 'ਤੇ ਪੜਤਾਲ ਕਰੂੰਗਾ ਅਤੇ ਪੜਤਾਲ ਤੋਂ ਬਾਅਦ ਜਿਹੜਾ ਵੀ ਹੈਗਾ ਕੋਈ ਐਕਸ਼ਨ ਉੱਤੇ ਲਵਾਂਗੇ ਜਿਹੜਾ ਕੰਮ ਕਰਵਾ ਰਿਹਾ ਜੀ। ਜਿਹੜਾ ਕੋਈ ਲੋਕ ਕਹਿ ਰਹੇ ਆ ਵੀ ਕੰਮ ਨਹੀਂ ਸਾਨੂੰ ਦਿੱਤਾ, ਕੰਮ ਤਾਂ ਉਹਨਾਂ ਨੂੰ ਹੀ ਦੇਣਾ ਜਿਹਨਾਂ ਦਾ ਜੋਬ ਕਾਰਡ ਬਣਿਆ ਹੋਇਆ। ਜੋਬ ਕਾਰਡ ਪਿੰਡ ਵਾਲਿਆਂ ਦਾ ਬਣਿਆ ਹੁੰਦਾ, ਠੀਕ ਹੈ ਨਾ। ਪਿੰਡ ਵਾਲਿਆਂ ਦੇ ਜਿਨ੍ਹਾਂ ਦੇ ਜੋਬ ਕਾਰਡ ਬਣਿਆ, ਜੋਬ ਕਾਰਡ ਵਾਲੇ ਨੂੰ ਅਸੀਂ ਲੇਬਰ ਦੇ ਸਕਦੇ ਹਾਂ, ਚਾਹੇ ਉਹ ਪੱਕੇ ਕੰਮ ਦੀ ਆ ਅਤੇ ਚਾਹੇ ਉਹ ਦੂਸਰੀ ਲੇਬਰ, ਉਹਨਾਂ ਨੂੰ ਨਹੀਂ ਦਿੱਤਾ ਜਾ ਸਕਦਾ। ਫਿਰ ਇਹ ਕਿਵੇਂ ਕਹਿ ਰਿਹਾ ਇੱਕ ਬੰਦਾ ਕਿ ਮੈਂ ਠੇਕੇਦਾਰ ਹਾਂ? ਫਿਰ ਮੈਨੂੰ ਇਹਦੀ ਪੜਤਾਲ ਕਰ ਲੈਣ ਦੀ, ਪੜਤਾਲ ਕਰਕੇ ਪਤਾ ਲੱਗੂਗਾ ਕੀ ਕਰ ਰਿਹਾ ਉਹ, ਕੌਣ ਕਰਵਾ ਰਿਹਾ। ਸਿੱਖ ਭਾਈਚਾਰੇ ਬਾਰੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਹੁਣ ਨੀਟੂ ਸ਼ਟਰਾਵਾਲੇ ਨੇ ਅਟਾਰੀ ਵਿਖੇ ਗੁਰਦੁਆਰਾ ਸਾਹਿਬ ਪਹੁੰਚ ਨੀਟੂ ਸ਼ਟਰਾਵਾਲੇ ਨੇ ਮੁਆਫੀ भी ਮੰਗੀ है। ਕੀ है पूरा मामला, जानते हैं इस खास रिपोर्ट ਦੇ ਵਿੱਚ। चिड़ियों से मैं बाज लड़ाऊँ, 1.25 लाख से 1 लड़ाऊँ। एक ही इदां दा कलाकार बनाना कि सारे कलाकार याद रखणगे ते इतिहास ਵਿੱਚ ਕੋਈ ਇਦਾਂ ਦਾ ਕੰਮ ਕਰਾਂਗਾ ਕਿ ਸਾਰੇ ਕਲਾਕਾਰ ਮੇਰੀ ਸੁਣੋ ਗੱਲ, ਅੱਜ ਤੋਂ ਕਾ ਗਲਤੀ ਨਹੀਂ ਮਹਾਰਾਜ ਕਿੱਥੇ ਗਲਤੀ ਗਿਆ, ਨਹੀਂ ਤਾਂ ਲਿਹਾਜ਼ ਨਹੀਂ ਕੀਤਾ ਜਾਣਾ। ਇੱਕ ਮੌਕਾ ਇਹਨੂੰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਕਿ ਇੱਕ ਵਾਰੀ ਨੂੰ ਮੌਕਾ ਦੇਵਾਂਗੇ, ਜੇਕਰ ਦੁਬਾਰਾ ਇਹਨੇ ਕੋਈ ਇਹੋ ਜਿਹੀ ਗਲਤੀ ਕੀਤੀ ਤੇ ਜਿਹੜੀ ਬਣਦੀ ਇਹਨੂੰ ਸਜ਼ਾ ਵਾ ਉਹ ਖਾਲਸਾ ਪੰਥ ਰਵਾਇਤਾਂ ਅਨੁਸਾਰ ਵੀ ਤੇ ਕਾਨੂੰਨ ਅਨੁਸਾਰ ਦਿੱਤੀ ਜਾਊਗੀ। ਗਲਤ ਸ਼ਬਦ ਨਿਕਲਿਆ ਸੀਗਾ ਜੀ, ਗੁਰੂ ਸਾਹਿਬ ਦੇ ਦਿਮਾਗ ਦੇ ਵਿੱਚ ਮੇਰੇ ਪਤਾ ਨਹੀਂ ਕਿਸੇ ਨੂੰ ਤੀਸਰੀ ਫੇਲ ਬੰਦਾ ਵਾ ਜੀ, ਬਾਕੀ ਇੱਕ ਵਾਰੀ ਮੈਨੂੰ ਮਾਫ ਕਰ ਦਿਓ। ਕੁਛ ਲੋਕ ਫੋਕੀ TRP ਦੇ ਵਾਸਤੇ ਵਿਵਾਦ ਪੈਦਾ ਕਰਨ ਵਾਸਤੇ ਇਹੋ ਜਿਹੀਆਂ ਕਰਤੂਤਾਂ ਕਰਦੇ ਆ ਜਿਹੜੀਆਂ ਬੜੀਆਂ ਮੰਦਭਾਗੀਆਂ ਨੇ। ਤੇ ਮੈਂ ਦੁਬਾਰਾ ਕਦੀ ਗਲਤੀ ਨਹੀਂ ਕਰਾਂਗਾ, ਜੇ ਗਲਤੀ ਕਰਾਂਗਾ ਜੋ ਬੰਦੀ ਕਾਰਵਾਈ ਹੋਗੀ ਬਾਬਾ ਜੀ ਆਪ ਗਵਾਹ ਵਾ ਜੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ਚੋਣ ਲੜ ਸਿਆਸਤ 'ਚ ਐਂਟਰੀ ਮਾਰਨ ਵਾਲੇ ਨੀਟੂ ਸ਼ਟਰਾਵਾਲਾ ਆਏ ਦਿਨ ਚਰਚਾ 'ਚ ਰਹਿੰਦੇ ਨੇ। ਨੀਟੂ ਹਰ ਦਿਨ ਕੋਈ ਨਾ ਕੋਈ ਅਜਿਹੀ ਹਰਕਤ ਕਰਦਾ ਹੈ ਕਿ ਮੀਡੀਆ 'ਚ ਉਸਦੀ ਆਡੀਓ ਜਾਂ ਵੀਡੀਓ ਖੂਬ ਵਾਇਰਲ ਹੁੰਦੀ ਹੈ। ਇਸ ਦੇ ਚੱਲਦਿਆਂ ਬੀਤੇ ਦਿਨੀ ਵੀ ਨੀਟੂ ਸ਼ਟਰਾਵਾਲੇ ਵੱਲੋਂ ਮੀਡੀਆ ਦੇ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਦਰਅਸਲ ਨੀਟੂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੁਕਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਹ ਇੱਕ ਅਜਿਹਾ ਗਾਇਕ ਬਣਾਏਗਾ ਜਿਸ ਦੇ ਚਰਚੇ ਚਾਰੇ ਪਾਸੇ ਹੋਣਗੇ। ਇਸ ਦਾ ਚਾਰੇ ਪਾਸੇ ਸਿੱਖ ਸੰਗਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦਾ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਨੇ ਵੱਡੇ ਪੱਧਰ ਤੇ ਵਿਰੋਧ ਕੀਤਾ। ਹੈਲੋ, ਨੀਟੂ ਸ਼ਟਰਾ ਬੋਲਦਾ ਬਈ? ਨੀਟੂ, ਮੈਂ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੇਵਾਦਾਰ ਆ। ਹਾਂਜੀ, ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੇਵਾਦਾਰ। ਅਕਾਲੀ? ਹਾਂ ਹਾਂਜੀ, ਹੁਕਮ ਕਰੋ ਜੀ। ਮੈਨੂੰ ਇੱਕ ਤੇਰੀ ਇੰਟਰਵਿਊ ਭੇਜੀ ਆ ਹੁਣੇ ਕਿਸੇ ਨੇ, ਤੂੰ ਇੰਟਰਵਿਊ ਦੇ ਰਿਹਾ ਕਿਸੇ ਨੂੰ ਜਿਸ 'ਚ ਆਪਣੇ ਗਾਣਿਆਂ ਗੂਣਿਆਂ ਬਾਰੇ ਗੱਲ ਕਰਦਾ ਤੂੰ। ਹਾਂਜੀ, ਉਹਦੇ ਵਿੱਚ ਤੂੰ ਕਹਿ ਰਿਹਾ ਵਾ ਵੀ 1.25 ਲਾਖ ਸੇਖ ਲੜਾਊਂ ਵਾਲਾ ਜਿਹੜਾ ਸ਼ਬਦ ਮਹਾਰਾਜ ਦਸਮ ਪਾਤਸ਼ਾਹ ਦੇ ਵਾਸਤੇ ਸੰਬੋਧਨ ਕੀਤਾ ਜਾਂਦਾ, ਉਹ ਬੋਲ ਕੇ ਤੂੰ ਕਹਿ ਰਿਹਾ ਵੀ ਮੈਂ ਇੱਦਾਂ ਦਾ ਗਾਇਕ ਬਣਾਊਂਗਾ ਇੱਕ। ਨਹੀਂ ਜੀ, ਨਹੀਂ, ਮੈਂ ਸਮਾਂ ਭਜਨ ਬਣਾਇਆ ਖੰਡਾ ਬਾਬੇ ਨਾਨਕ ਦਾ ਸਦਾ ਹੀ ਲੱਗਿਆ ਹੈ। ਮੇਰੀ ਗੱਲ ਫਿਰ ਧਿਆਨ ਨਾਲ ਸੁਣ, ਗੱਲ ਨੂੰ ਡਿਵਰਟ ਨਾ ਕਰ। ਜਿਹੜੀ ਗੱਲ ਮੇਰੀ ਪਹਿਲਾਂ ਸੁਣ ਲਾ, ਜਿਹੜੀ ਇੰਟਰਵਿਊ ਮੇਰੇ ਤੇਰੇ ਕੋਲ ਪਈ ਆ 6 ਮਿੰਟ ਤੋਂ ਜਾ ਕੇ ਜਿਹੜੀ ਤੇਰੀ ਇੰਟਰਵਿਊ ਚਾਲੂ ਹੁੰਦੀ ਹੈ, ਉਹਨੂੰ ਸਵਾਲ ਕਰਦਾ ਵਾ ਵੀ ਕਿਹੜਾ ਗਾਣਾ ਤੁਸੀਂ, ਹੈ ਨਾ, ਕਿੰਨੇ ਗਾਣੇ, ਤੇ ਤੂੰ ਕਿਹਾ ਵੀ ਲੱਖ ਗਾਣਾ ਮੇਰਾ। ਗੱਲ ਸੁਣ ਲਾ ਪਹਿਲਾਂ, ਫਿਰ ਤੇਰੀ ਸੁਣਦਾ। ਤੇ ਤੂੰ ਅਗਲੀ ਗੱਲ ਤੂੰ ਇਹ ਕਹੀ ਵੀ ਮੈਂ ਲੱਖ ਗਾਣਾ ਜਿਹੜਾ ਬਣਾਇਆ ਸੀਗਾ, ਤੇ ਬਾਅਦ ਤੂੰ ਇਹ ਪੰਕਤੀ ਬੋਲੀ 1.25 ਲਾਖ ਸੇਖ ਚਿੜੀਆਂ ਸੇ ਮੈਂ ਬਾਜ ਲੜਾਊਂ, 1.25 ਲਾਖ ਸੇਖ ਲੜਾਊਂ। ਤੇ ਬਾਅਦ ਤੂੰ ਇਹ ਗੱਲ ਕਹੀ ਵੀ ਮੈਂ ਇਹੋ ਜਿਹਾ ਗਾਣਾ ਬਣਾਉਣਾ ਵਾ ਇਹੋ ਜਿਹਾ ਵੀ ਸਾਰੇ ਗਾਇਕ ਯਾਦ ਰੱਖਣਗੇ। ਕਿੱਦਾਂ ਬਾਬੇ ਨਾਨਕ ਦਾ ਖੰਡਾ ਸਦਾ ਹੀ ਲੱਗਿਆ ਰਹਿਣਾ, ਗੁਰੂ ਗੋਬਿੰਦ ਸਿੰਘ ਦਾ ਖੰਡਾ ਸਦਾ ਹੀ ਲੱਗਿਆ ਰਹਿਣਾ। ਮੈਂ ਮੇਰੀ ਗੱਲ ਸੁਣ, ਤੇਰੀ ਸਾਰੀ ਇੰਟਰਵਿਊ ਮੈਂ ਸੁਣੀ ਆ, ਮੈਂ ਕਲਿੱਪ ਨਹੀਂ ਸੁਣੀ ਕੋਈ ਸ਼ਦਾਈਨਾ ਦਾ, ਤੇਰੀ ਮੈਂ ਕਲਿੱਪ ਨਹੀਂ ਕਾਕਾ ਸੁਣੀ ਕੋਈ, ਤੇਰੀ ਇੰਟਰਵਿਊ ਸੁਣੀ ਆ ਸਾਰੀ 6 ਮਿੰਟ ਤੋਂ ਤੇਰੀ ਉਹ ਕਲਿੱਪ ਆ। ਤੁਸੀਂ ਲੋਕ ਕੰਜਰਖਾਨਾ ਕਰੋ ਜੋ ਮਰਜ਼ੀ ਸਾਡੇ ਵੱਲੋਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜਾ ਤੁਸੀਂ ਆਹ ਗੰਦ ਘੋਲਦੇ ਹੋ ਘੁੱਲ ਜਾਓ, ਸਾਨੂੰ ਕੋਈ ਫਰਕ ਨਹੀਂ ਪੈਂਦਾ।
ਤੁਹਾਨੂੰ ਕਿੰਨੇ ਆਗਿਆ ਦਿੱਤੀ ਆ ਵੀ ਜਿਹੜਾ ਸ਼ਬਦ ਗੁਰੂ ਸਾਹਿਬ ਦੇ ਵਾਸਤੇ ਸੰਬੋਧਨ ਹੁੰਦਾ ਹੋਵੇ ਉਹ ਤੋਂ ਕਿਸੇ ਕੰਜਰ ਵਾਸਤੇ ਸੰਬੋਧਨ ਕਰੇ? ਨਹੀਂ ਗੁਰੂ ਸਾਹਿਬ ਦਾ ਸਤਿਕਾਰ ਤੂੰ ਕਰਦਾ ਵਾ ਤੇ ਤੈਨੂੰ ਨਹੀਂ ਪਤਾ ਵੀ ਇਹ ਪੰਕਤੀ ਗੁਰੂ ਸਾਹਿਬ ਦੇ ਵਾਸਤੇ ਸੰਬੋਧਨ ਕੀਤੀ ਜਾਂਦੀ ਆ ਤੇ ਤੂੰ ਕਿਸੇ ਕੰਜਰ ਵਾਸਤੇ ਸੰਬੋਧਨ ਕਰ ਰਿਹਾ? ਮਹਾਰਾਜ ਮੈਂ ਸ਼ਬਦ ਬੋਲਿਆ ਵਾ, ਤੂੰ ਗਲਤ ਨਹੀਂ ਕਿਹਾ। ਸ਼ਬਦ ਕੀ ਬੋਲਿਆ ਤੂੰ? ਆਹ ਸ਼ਬਦ ਬੋਲਿਆ ਤੂੰ ਕਿਹਾ ਵੀ ਮੈਂ ਇੱਦਾਂ ਦਾ ਪਿਆਰ ਕਰੂੰਗਾ ਜਿਹੜਾ ਲੱਖ ਬੰਦੇ ਨੂੰ, ਜਿਹੜਾ ਵੀ ਉਹ ਲੱਖ ਬੰਦੇ ਵਾਸਤੇ ਹੋਊਗਾ। ਉਹ ਨਹੀਂ ਸਰ, ਗਾਣਾ ਨਹੀਂ ਬੋਲਿਆ ਮੈਂ। ਮੇਰੇ ਕੋਲ ਤੇਰੀ ਇੰਟਰਵਿਊ ਸਾਰੀ ਪਈ ਆ, 6 ਮਿੰਟ ਤੋਂ ਤੇਰੀ ਜਿਹੜੀ ਵਰਡਿੰਗ ਸਟਾਰਟ ਹੁੰਦੀ ਆ ਜਦੋਂ ਤੈਨੂੰ ਪੱਤਰਕਾਰ ਨੇ ਸਵਾਲ। ਮਹਾਰਾਜ ਦੇਖੋ, ਮਹਾਰਾਜ ਗਲਤੀ ਹੋ ਗਈ, ਉਹ ਦੱਸੋ ਕਿਉਂ ਗਲਤੀ? ਇਹਦਾ ਕੀ ਮਤਲਬ ਹੋਇਆ ਓਏ? ਇਹ ਕੀ ਗੱਲ ਹੋਈ ਤੁਹਾਡੀ ਕੰਜਰਾਂ ਦੀ ਵੀ ਗਲਤੀ ਹੋ ਗਈ ਕਹਿ ਕੇ ਤੁਸੀਂ ਗਲਤੀ ਮੰਨ ਲੈਂਦੇ ਹੋ? ਤੂੰ ਰਹਿਣਾ ਕਿੱਥੇ ਆ? ਤੇਰੇ ਤੇ ਮੈਂ ਕਰਾ ਰਿਹਾ ਪਰਚਾ, ਤੇਰੇ ਤੇ ਤੈਨੂੰ ਦੇਣਾ ਅਕਲ। ਗਲਤੀ ਹੋ ਗਈ ਤੇਰੇ ਕੋਲੋਂ ਕਹਿ ਕੇ ਤੁਸੀਂ ਮਾਫੀਆਂ ਮੰਗ ਲੈਂਦੇ ਹੋ, ਮੁੜ ਕੇ ਤੁਸੀਂ ਗੰਦ ਪਾਇਆ ਤੁਸੀਂ ਪੰਜਾਬ 'ਚ। ਮੇਰੀ ਗੱਲ ਸੁਣੋ, ਆਪਾਂ ਬਾਬੇ ਨਾਨਕ ਦਾ ਗੀਤ ਬਣਾਇਆ ਆਪਣਾ। ਗੀਤ ਬਣਾਇਆ? ਤੂੰ ਕੋਈ ਸਹਾਨ ਕਰ ਰਿਹਾ ਵਾ? ਸਹਾਨ ਕਰ ਰਿਹਾ ਵਾ? ਸ਼ਬਦ ਬਣਾਇਆ ਵਾ। ਨਹੀਂ ਸਹਾਨ ਕਰ ਰਿਹਾ ਸਾਡੇ ਤੇ ਕੋਈ? ਤੂੰ ਸਹਾਨ ਕਰ ਰਿਹਾ ਸਾਡੇ ਤੇ? ਤੈਨੂੰ ਕਿੰਨੇ ਅਥਾਰਟੀ ਦਿੱਤੀ ਆ ਵੀ ਗੁਰੂ ਸਾਹਿਬ ਦੇ ਵਾਸਤੇ ਜਿਹੜਾ ਸ਼ਬਦ ਵਰਡਿੰਗ ਪ੍ਰਯੋਗ ਹੁੰਦੀ ਆ ਤੂੰ ਕਿਸੇ ਕੰਜਰ ਵਾਸਤੇ ਬੋਲੇ? ਅਸੀਂ ਸਹੀ ਕਹਿੰਦੇ ਪਏ, ਅਸੀਂ ਗਲਤ। ਮੇਰੀ ਗੱਲ ਸੁਣ, ਜਿਹੜੀ ਮਰਜ਼ੀ ਮੈਂ ਇੰਟਰਵਿਊ ਸੁਣ ਲਓ, ਅਤੇ ਵਾਹਿਗੁਰੂ ਜੀ ਦਾ ਖਾਲਸਾ। ਮੇਰੀ ਗੱਲ ਸੁਣ, ਤੂੰ ਸਹਾਨ ਕਰ ਰਿਹਾ? ਨਹੀਂ ਤੂੰ ਫਤਿਹ ਬੁਲਾ ਕੇ ਸਾਡੇ ਤੂੰ ਸਹਾਨ ਕਰਦਾ ਮਹਾਰਾਜ ਦੇ ਉੱਤੇ? ਆਪਣੇ ਗੁਰੂ ਦਾ ਨਾਮ ਉੱਚਾ ਕਰ ਰਿਹਾ ਮੈਂ। ਤੂੰ ਗੁਰੂ ਦਾ ਨਾਮ ਨਹੀਂ ਉੱਚਾ ਕਰ ਰਿਹਾ? ਤੁਸੀਂ ਤਾਂ ਉਹ ਲੋਕ ਹੋ ਜਿਹੜਾ ਬੇੜਾ ਗਰਕ ਕਰ ਰਹੇ ਹੋ ਤੁਸੀਂ ਸਮਾਜ ਦਾ। ਕੀ ਤੇਰੇ ਕੋਲ ਟੈਲੈਂਟ ਆ? ਤੇਰੇ ਕੋਲ ਕੀ ਟੈਲੈਂਟ ਆ? ਦੱਸ ਮੈਨੂੰ, ਕੀ ਤੇਰੇ ਪੱਲੇ ਆਲੇ ਬੱਲੇ ਤੇਰੇ ਕੁਛ ਹੈ ਨਹੀਂ ਤੇਰੇ ਬੱਲੇ। ਇਹ ਵਿਰੋਧ ਹੋ ਰਿਹਾ ਸੀ ਤਾਂ ਨੀਟੂ ਨੇ ਅੱਜ ਅਟਾਰੀ ਵਿਖੇ ਪਹੁੰਚ ਮਾਫੀ ਮੰਗ ਲਈ ਹੈ। ਨੀਟੂ ਨੇ ਕਿਹਾ ਕਿ ਉਸ ਵੱਲੋਂ ਗਲਤੀ ਹੋਈ ਹੈ ਤੇ ਇਸ ਨੂੰ ਮਾਫ ਕਰ ਦਿੱਤਾ ਜਾਵੇ। ਇਹ ਤਾਂ ਪ੍ਰਮਾਣ ਕਰਦੇ ਜੀ ਜਿਹੜੀ ਸਾਡੇ ਕੋਲ ਗਲਤੀ ਹੋਈ ਆ, ਆਪਾਂ ਸਾਰੀ ਸੰਗਤਾਂ ਕੋ ਔਰ ਗੁਰੂ ਮਹਾਰਾਜ ਦੇ ਬਾਣੀ ਕੋ ਔਰ ਆਪਾਂ ਮਾਫੀ ਮੰਗਦੇ ਹਾਂ ਜੀ। ਗੁਰੂ ਮਾਨਿਓ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਵੀ ਹੈ ਨਹੀਂਗਾ ਜੀ। ਗੁਰੂ ਸਾਹਿਬ ਦੇ ਘਰਾਂ ਵਿੱਚੋਂ ਮਾਫੀ ਮਿਲ ਗਈ, ਉਹਨੂੰ ਸਮਝੋ 7 ਜਨਮ 'ਚ ਮਾਫੀ ਮਿਲ ਗਈ। ਮੈਂ ਸਾਰੀ ਸੰਗਤ ਕੋ और गुरु साहब के दरबार से खड़ा होकर नीटू शटरा वाला माफ़ी मंगना चाहना जी। जे मेरे मुँह से मतलब गलत शब्द निकलिया सीगा जी, गुरु साहब के दिमाग के मेरे पता नहीं किसी में तीसरी फेल बनना वा जी। बाकी एक बार मैंने माफ़ कर दो तो मैं दोबारा कभी गलती नहीं कराँगा जी। गलती कराँगा जो बनती कार्रवाई होगी, बाबा जी आप गवाह वा जी। सारी संगत मेरे से जो कार्रवाई करना चाहे कर दे, पर मैं हाथ जोड़ के सारी संगत को कि अपने पूरे वर्ल्ड को माफ़ी मंगना चाहना जी कि जे मेरे को मैं गलती की है तो मैं एक बार माफ़ कर दो। नीटू शटरा वाला खुद विवाद घेरदा है कि उन्होंने विवाद घेर के लिया पता नहीं जी कि साड़ी बहुत किस्मत माड़ी है जी। मैं की दसा साढ़े घर के हालात माड़े है पर लेकिन पता नहीं रब मेरे क्यों इदा कर रहा जी, मैंने नहीं समझ आ रही कुछ जी। लेकिन गुरबाणी ना तोड़ मोड़ करने वाले थोड़ा तो सोचना नहीं चाहिए। नहीं जी, आप देखो तुम मेरी जिन्नी वीडियो देखोगे ना वो तो सब तो पहले मैं देखा वाहिगुरू जी का खालसा श्री वाहिगुरू जी की फतेह। मैं अपने गुरु साहब नाल बहुत प्यार करता जी, दिलों करता वा और दिलों करता रहूँगा जी। गुरु साहब नाल प्यार करदे तो फिर बाणी दा सत्कार भी तो करना। अज मैं गुरुद्वारे खाना जी, मैं उन्होंने चरणों में रोटी ला के ना रोज़ शामी या सवेरे खाना जी। मैं थोड़ी गल करती बाकी उन्होंने गुरु साहब को माफ़ी मंगना चाहना जी। मैं कभी गुरु का नार्दन नहीं करूँगा जे कभी जिंदगी में नहीं कभी सोच ही नहीं सकता जी। मैं कभी अपने सुपने में नहीं सोच सकता जी कभी। अज आए हो तो हाँ जी, अज माफ़ी मंगांगे सारी संगत को मंगना जी, नाले में पूरे वर्ल्ड को मंगना कि मैंने एक बार माफ़ किया जाए। ਇਸ ਦੇ ਨਾਲ ਹੀ ਮਾਫੀ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਕਿਹਾ ਕਿ ਨੀਟੂ ਸ਼ਟਰਾਂ ਵਾਲੇ ਦੀ ਪਹਿਲੀ ਗਲਤੀ ਹੈ, ਇਸ ਲਈ ਇਸ ਨੂੰ ਮਾਫ ਕਰ ਦਿੱਤਾ ਗਿਆ ਹੈ। ਪਰ ਜੇਕਰ ਭਵਿੱਖ ਵਿੱਚ ਅਜਿਹੀ ਗਲਤੀ ਕਰਦਾ ਹੈ ਤਾਂ ਇਸ ਨੂੰ ਮਾਫ ਨਹੀਂ ਕੀਤਾ ਜਾਵੇਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨੀਟੂ ਸ਼ਟਰਾਂ ਵਾਲਾ ਜਿਹਨੇ ਪਿਛਲੇ ਕੁਝ ਦਿਨ ਪਹਿਲਾਂ ਗੁਰਬਾਣੀ ਦੀ ਇੱਕ ਪੰਕਤੀ ਦੀ ਬੇਨਤੀ ਕੀਤੀ ਸੀਗੀ, ਗੁਰਬਾਣੀ ਦੀ ਪੰਕਤੀ ਨੂੰ ਗਲਤ ਢੰਗ ਨਾਲ ਬੋਲਿਆ ਸੀਗਾ। ਅੱਜ ਜਥਾ ਸਿਰਲਤ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਸਮੂਹ ਸੰਗਤ ਜਥੇਬੰਦੀਆਂ ਦੀ ਹਾਜ਼ਰੀ ਦੇ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹ ਛੇਵੀਂ ਪਿੰਡ ਸੁਲਤਾਨਪੁਰ ਵਿਖੇ ਇਹ ਆਇਆ। ਵੀਰ ਪ੍ਰਦੀਪ ਸਿੰਘ ਗੱਬਰ ਤੇ ਹੋਰ ਵੀਰ ਭਰਾਵਾਂ ਵੱਲੋਂ ਜਿਹੜਾ ਸੀ ਉਹ ਬੇਨਤੀ ਕੀਤੀ ਗਈ ਸੀ ਕਿ ਇਹਨੂੰ ਇੱਕ ਵਾਰ ਮੌਕਾ ਦਿੱਤਾ ਜਾਵੇ। ਸੋ ਸਾਰੀ ਸੰਗਤ ਜਥੇਬੰਦੀਆਂ ਦੇ ਸਲਾਹ ਨਾਲ ਜਥਾ ਸਿਰਲਤ ਖਾਲਸਾ ਦੇ ਮੁੱਖ ਸਦਰ ਭਾਈ ਦਿਲਬਾਗ ਸਿੰਘ ਨੇ ਉਹਨਾਂ ਦੇ ਹੁਕਮ ਦੇ ਨਾਲ ਅਸੀਂ ਸਾਰਿਆਂ ਨੇ ਵਿਚਾਰ ਕਰਕੇ ਇੱਕ ਮੌਕਾ ਇਹਨੂੰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਕਿ ਇੱਕ ਵਾਰੀ ਮੌਕਾ ਦੇਵਾਂਗੇ। ਜੇਕਰ ਦੁਬਾਰਾ ਇਹਨੇ ਕੋਈ ਇਹੋ ਜਿਹੀ ਗਲਤੀ ਕੀਤੀ ਤੇ ਜਿਹੜੀ ਬਣਦੀ ਇਹਨੂੰ ਸਜ਼ਾ ਵਾ ਉਹ ਖਾਲਸਾ ਪੰਥ ਰਵਾਇਤਾਂ ਅਨੁਸਾਰ ਵੀ ਤੇ ਕਾਨੂੰਨ ਅਨੁਸਾਰ ਦਿੱਤੀ ਜਾਊਗੀ ਜੀ। ਲੇਕਿਨ ਲੱਗਦਾ ਨਹੀਂ ਹੈ ਕਿ ਬਾਰ-ਬਾਰ ਗੁਰਬਾਣੀ ਦੇ ਨਾਲ ਹੀ ਛੇੜਛਾੜ ਕੀਤੀ ਜਾ ਰਹੀ ਹੈ ਔਰ ਇਸ ਤਰ੍ਹਾਂ ਦੇ ਹੀ ਲੋਕ ਤੱਤਵ ਜਿਹੜੇ ਇਹ ਜਿਹੜੀ ਤੁਹਾਡੀ ਗੱਲ ਪੁਆਇੰਟ ਹੈ ਬਿਲਕੁਲ। ਕੁਝ ਲੋਕ ਖੋਕੀ TRP ਦੇ ਵਾਸਤੇ ਵਿਵਾਦ ਪੈਦਾ ਕਰਨ ਵਾਸਤੇ ਇਹੋ ਜਿਹੀਆਂ ਕਰਤੂਤਾਂ ਕਰਦੇ ਆ ਜਿਹੜੀਆਂ ਬੜੀਆਂ ਮੰਦਭਾਗੀਆਂ ਨੇ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਵਾ। ਵੇਖੋ ਜੇ ਤਾਂ ਹੁਣ ਜਿਸ ਤਰ੍ਹਾਂ ਇਹਨੇ ਕੁਝ ਕੀਤਾ ਸੀ, ਜੇ ਗੁੱਸੇ ਵਿੱਚ ਸਿੰਘ ਸੀ ਜਾ ਕੇ ਇਹਦੇ ਕੋਈ ਸੱਟ ਪਿੱਟ ਲਾ ਦਿੰਦੇ ਫਿਰ ਲੋਕਾਂ ਕਹਿੰਦੇ ਗਰੀਬ ਮਾਰ ਕਰਤੀ। ਪਰ ਲੋਕ ਜਿਹੜੇ
ਇਹ ਕਹਿੰਦੇ ਨੇ ਗਰੀਬ ਮਾਰ ਕਰਦੀ, ਉਹ ਇਹ ਕਿਉਂ ਨਹੀਂ ਵੇਖਦੇ ਵੀ ਕੋਈ ਵੀ ਬੰਦਾ ਉੱਠ ਕੇ ਗੁਰਬਾਣੀ ਦੀ ਇਸ ਤਰ੍ਹਾਂ ਬੇਰੁਮਤੀ ਕਰਦਾ ਜਾਂ ਸਿੱਖ ਸਿਧਾਂਤਾਂ ਦੇ ਖਿਲਾਫ ਬੋਲਦਾ, ਕੋਈ ਗੁਰੂ ਘਰ ਦੇ ਖਿਲਾਫ ਬੋਲਦਾ, ਤੇ ਉਹਦੀ ਗਲਤੀ ਕਿਉਂ ਨਹੀਂ ਵੇਖੀ ਜਾਂਦੀ। ਇਹ ਦੇਖੀਏ ਵੀ ਇਹ ਲੋਕ ਜਿਹੜੇ ਨੇ ਫੋਕੀ TRP ਦੇ ਵਾਸਤੇ, ਕਿਉਂਕਿ ਹੋਰ ਤਾਂ ਕੋਈ ਹੈ ਨਹੀਂ ਕੰਮ, ਹੁਣ ਇਹ ਕਿਰਤ ਕਰਦਾ ਸੀ ਆਪਣੀ, ਪਹਿਲਾਂ ਜਿਵੇਂ ਕੰਮ ਕਰਦਾ ਸੀ ਸ਼ਟਰਾਂ ਦਾ, ਉਹ ਸਾਰਾ ਕੁਝ ਛੱਡ ਕੇ ਇਸ ਬੰਨੇ ਤੁਰ ਪਿਆ, ਕਿਉਂਕਿ ਇਹ 'ਚ ਕੀ ਹੈ ਕਿ ਫੋਕੀ TRP ਮਿਲਦੀ ਆ, ਕੋਈ ਨਾ ਕੋਈ ਇਹੋ ਜਿਹੀ ਚਵਲ ਮਾਰ ਦੇਣੀ, ਚਵਲ ਮਾਰਨ ਤੋਂ ਬਾਅਦ 4 ਛਿੱਲੜ ਕਿਤੇ ਬਣ ਜਾਣੇ। ਇਹ ਕਰਤੂਤ ਬੜੀ ਮਾੜੀ ਆ। ਅਸੀਂ ਇਹਨਾਂ ਨੂੰ, ਜਿਹੜੇ ਵੀ ਇਹੋ ਜਿਹੇ ਲੋਕ ਨੇ, ਅਸੀਂ ਇਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ ਵੀ ਬੰਦੇ ਦੇ ਪੁੱਤ ਬਣੋ, ਆਪਣੀ ਕਿਰਤ ਕਰੋ, ਆਪਣਾ ਕੰਮ ਕਰੋ। ਸਾਨੂੰ ਤੁਹਾਡੇ ਕੰਜਰਖਾਨੇ ਨਹੀਂ ਮਤਲਬ, ਜੋ ਮਰਜ਼ੀ ਕੰਧਾਂ ਟੱਕਰਾਂ ਮਾਰੋ, ਪਰ ਕਿਸੇ ਸਿੱਖ ਸਿਧਾਂਤ ਮਰਿਆਦਾ ਦੇ ਖਿਲਾਫ, ਗੁਰਬਾਣੀ ਦੇ ਅਨੁਸਾਰ ਖਿਲਾਫ, ਕਿਸੇ ਸਾਡੇ ਸ਼ਹੀਦ ਦੇ ਖਿਲਾਫ ਜੇ ਕੁਝ ਬੋਲਿਆ, ਡਾਂਗ ਫੇਰਾਂਗੇ ਰੀਹ ਨਾਲ ਫੜ ਕੇ, ਜਿਹੜੀ ਕਾਨੂੰਨੀ ਕਾਰਵਾਈ ਉਹ ਵੀ ਕਰਾਂਗੇ। ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨੀਟੂ ਸ਼ਟਰਾਂਵਾਲੇ ਨੇ ਗੁਰਬਾਣੀ ਦਾ ਨਿਰਾਦਰ ਕੀਤਾ। ਹਾਲਾਂਕਿ ਵਿਰੋਧ ਤੋਂ ਬਾਅਦ ਨੀਟੂ ਨੇ ਮਾਫੀ ਮੰਗ ਲਈ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰ ਵਾਰ ਸਿੱਖ ਧਰਮ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ। ਬਿਊਰੋ ਰਿਪੋਰਟ। ਪੰਜਾਬ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਤਰਨਤਾਰਨ ਦੀ ਕਰਿਆਲਾ ਚੌਂਕੀ ਅਧੀਨ ਆਉਂਦੇ ਪਿੰਡ ਦਾਸੂਵਾਲ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਘਰ 'ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਅੱਖਾਂ ਦੇ ਇਲਾਜ ਲਈ ਅੰਮ੍ਰਿਤਸਰ ਗਏ ਸਨ, ਜਿਸ ਤੋਂ ਪਿੱਛੋਂ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਹਨਾਂ ਦਾ ਭਾਰੀ ਮਾਤਰਾ 'ਚ ਸਮਾਨ ਚੋਰੀ ਹੋਇਆ। ਬਾਰੀ ਇਹ ਕੋਈ ਕੰਨ ਦੱਬ ਕੇ ਚੋਰ, ਅਸੀਂ ਅੱਖ ਬਣਾਉਣ ਗਏ ਹਾਂ ਜਦੋਂ ਜੀ, ਤੇ ਜਦੋਂ ਆਏ ਅਸੀਂ ਘਰ ਕੱਲ੍ਹ 5:30 ਵਜੇ ਆ ਕੇ ਜੀ ਖੋਲ੍ਹੇ ਵੇਖਿਆ ਤੇ ਅੰਦਰ ਲੌਕ ਦਿੱਤੇ ਸਾਰੇ, ਅਲਮਾਰੀ ਦਾ ਲੌਕ ਤੋੜਿਆ, ਬਾਹਰ ਬੂਹੇ ਦਾ ਲੌਕ ਤੋੜ ਕੇ ਅੰਦਰ ਨਾ ਸੋਨਾ ਗਿਆ 9 ਕੁ ਤੋੜੇ ਤੇ $2 ਹੀ ਵਿੱਚ ਉੱਤੇ ਪਾਉਂਡ ਹੀ 60-70 ਹਜ਼ਾਰ ਦੇ ਲੱਗ ਗਏ। ਅੱਜ ਬੰਦੀ ਦੁਕਾਨ ਨਾਂ ਨਹੀਂ ਕਿਸੇ ਦਾ ਲਿਖਾਇਆ, ਦਿਖਾ ਦਿੱਤੀ ਹੈ ਅਜੇ ਨਹੀਂ ਆਉਂਦੇ, ਕੋਰਟ ਹੀ ਗਏ, ਇਹ ਸਹੀ ਆਉਂਦੇ ਹੱਕ ਕਰਦੇ ਕਰ ਰਹੇ। ਮੰਗ ਕਰਦੇ ਹਾਂ ਕਿ ਸਾਡੇ ਜੋ ਨੁਕਸਾਨ ਹੋਇਆ ਪੂਰਾ ਕੀਤਾ ਜਾਵੇ ਤੇ ਚੋਰ ਛੇਤੀ ਫੜੇ ਜਾਣ। ਕੀ ਹੋਇਆ ਚੋਰੀ? 9 ਤੋਲੇ ਸੋਨਾ, ਅੱਛਾ, ਤੇ 5000 ਨਗਦੀ ਸੀ ਪੈਸੇ, ਤੇ 60-70 ਹਜ਼ਾਰ ਦੂਜਾ ਇਹ ਬਾਹਰ ਦੇ। ਹਾਂਜੀ ਅਸੀਂ ਗਏ ਅੱਖ ਬਣਾਉਣ, ਤੇ ਪਿੱਛੋਂ ਜਦੋਂ ਤੁਸੀਂ ਵੇਖਿਆ ਕਿ ਟੁੱਟੇ ਹੋਏ ਸੀ? ਹਾਂਜੀ ਲੋਕ ਟੁੱਟੇ। ਕੋਈ ਦਰਖਾਸਤ ਦਿੱਤੀ ਹੈ ਇਸ ਸੰਬੰਧੀ? ਹਾਂਜੀ ਅਸੀਂ ਇਹਨੇ ਕਿ ਸਾਨੂੰ ਹੱਕ ਸਾਡਾ ਕਿ ਮਿਲ ਜੇ, ਜੋ ਵੀ ਉਹ ਮਿਲੇ ਸਾਨੂੰ। ਬੀਤੇ ਕੱਲ ਨੂਰਪੁਰ ਬੇਦੀ ਦੇ ਪਿੰਡ ਸੰਦੋਆ ਵਿਖੇ 2 ਨੌਜਵਾਨਾਂ ਵੱਲੋਂ ਇੱਕ ਬਜ਼ੁਰਗ ਮਹਿਲਾ ਤੋਂ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਖੋਹਣ ਦੀ ਘਟਨਾ ਸਾਹਮਣੇ ਆਈ ਸੀ। ਬਜ਼ੁਰਗ ਮਹਿਲਾ ਦੇ ਪਰਿਵਾਰ ਵੱਲੋਂ ਪੂਰਾ ਮਾਮਲਾ ਨੂਰਪੁਰ ਬੇਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਤੇ ਇਸ ਮਾਮਲੇ ਤੇ ਪੁਲਿਸ ਵੱਲੋਂ 24 ਘੰਟਿਆਂ ਤੋਂ ਪਹਿਲਾਂ ਹੀ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। SHO ਨੂਰਪੁਰ ਬੇਦੀ ਜਤਨ ਕਪੂਰ ਅਨੁਸਾਰ CCTV ਫੁਟੇਜ ਦੇਖਣ ਤੋਂ ਬਾਅਦ ਨੇੜਲੇ ਪਿੰਡ ਮਾਣਕੂ ਮਾਜਰਾ ਦੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਕੇ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਕੋਲੋਂ ਹੋਰ ਵਾਰਦਾਤਾਂ ਦਾ ਵੀ ਪਤਾ ਲੱਗਣ ਦੀ ਆਸ ਲਗਾਈ ਜਾ ਰਹੀ ਹੈ। ਪਿੰਡ ਸੰਦੋਆ 'ਚ ਇੱਕ ਜੀਤੋ ਦੇਵੀ ਨਾਮ ਦੀ ਓਲਡ ਲੇਡੀ ਹੈ, ਕੋਈ 70-80 ਸਾਲ ਦੀ ਉਮਰ ਹੈ। ਉਹਨਾਂ ਵੱਲੋਂ ਕੰਪਲੇਂਟ ਆਈ ਸੀ ਕਿ ਜਦੋਂ ਖੇਤਾਂ ਤੋਂ ਵਾਪਸ ਘਰ ਜਾ ਰਹੀ ਸੀਗੀ, ਪਿੱਛੋਂ 2 ਮੋਨੇ ਨੌਜਵਾਨ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤੇ ਉਹਦੀਆਂ ਵਾਰੀਆਂ ਖੋਹ ਕੇ ਲੈ ਗਏ। ਸੋ ਇਸ ਗੱਲ 'ਤੇ ਉਹਦੇ ਪੋਤੇ ਦੀ ਦਰਖਾਸਤ 'ਤੇ ਪਰਚਾ ਦਰਜ ਕੀਤਾ ਗਿਆ ਤੇ ਜਦੋਂ CCTV ਫੁਟੇਜ ਚੈੱਕ ਕੀਤੀ ਗਈ ਤਾਂ ਨੌਜਵਾਨ ਵਿਅਕਤੀਆਂ ਦੀ ਜਿਹੜੀ ਪਛਾਣ ਕੀਤੀ ਗਈ ਹੈ, ਮਾਣਕੂ ਮਾਜਰਾ ਦੇ ਸੀਗੇ, ਪ੍ਰਵੀਨ ਕੁਮਾਰ ਤੇ ਸ਼ੁਭਮ ਕੁਮਾਰ। ਇਹਨਾਂ ਨੂੰ ਅਸੀਂ ਟਰੇਸ ਕੀਤਾ ਤੇ ਕੱਲ੍ਹ ਰਾਤ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਤੇ ਅੱਜ ਇਹਨਾਂ ਨੂੰ ਪੁਲਿਸ ਰਿਮਾਂਡ ਲਿੱਤਾ ਜਾਵੇਗਾ ਕੋਰਟ 'ਚ ਪੇਸ਼ ਕਰਕੇ। ਬਾਕੀ ਜੋ ਇਹਨਾਂ ਨੇ ਹੋਰ ਕੋਈ ਵਾਰਦਾਤਾਂ ਕੀਤੀਆਂ ਇਲਾਕੇ, ਜਿਹੜੀ ਹੋਰ ਲੁੱਟਾਂ ਖੋਹਾਂ ਹੋਈਆਂ, ਉਹਦੇ ਬਾਰੇ ਪਤਾ ਕੀਤਾ ਜਾਵੇਗਾ। ਇਹਨਾਂ ਦਾ ਸਰ ਪੁਰਾਣਾ ਵੀ ਪਤਾ ਲਗਾਇਆ ਜਾ ਰਿਹਾ, ਪਹਿਲਾਂ ਕੋਈ ਹੋਰ ਮੁਕੱਦਮੇ ਦਰਜ ਹੈਗੇ ਨੇ ਤੇ ਇਹਨਾਂ ਦੇ ਨਾਲ ਹੋਰ ਕਿਹੜੇ ਵਿਅਕਤੀ ਇਨਵੋਲਵਡ ਨੇ, ਜੋ ਕਿ ਜਿਹੜੇ ਹਰ ਗਰੋਹ ਹੈਡ ਆ ਸਾਰਾ ਇਹ ਲੁੱਟਾਂ ਖੋਹਾਂ ਦਾ ਹੀ ਜਾਪਦਾ ਹੈ। ਜਿਹੜੀ ਛੋਟੀ ਸਮਗਲਿੰਗ, ਛੋਟੀ ਚੋਰੀਆਂ ਕਰਦੇ ਹੈ, ਕਿਤੇ ਕਬਾੜ ਚੋਰੀ ਕਰ ਲਿਆ, ਕਿਤੇ ਕਿਸੇ ਦੀ ਵਾਲੀਆਂ ਜਾਂ ਇੱਦਾਂ ਜਿਹੜੇ ਕਿ ਵੀਕ ਲੋਕ ਹੈ, ਜਿਵੇਂ ਓਲਡ ਏਜ ਵਾਲੇ ਹੋ ਗਏ, ਕੁਛ ਹੋ ਗਏ, ਕੋਈ ਪੈਸੇ ਖੋਹ ਲਏ, ਉੱਦਾਂ ਦੀ ਵਾਰਦਾਤਾਂ ਕਰਦੇ ਹੈ। ਇਹਨਾਂ ਬਾਰੇ ਸਾਰਾ ਪਤਾ ਲਗਾਇਆ ਜਾਏਗਾ। ਬਿਲਕੁਲ ਜੀ, CCTV ਕੈਮਰੇ ਤਾਂ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਦੇਖੋ ਇੱਕ ਆਪਣੇ ਜਿਹਨੇ CCTV ਲਵਾਇਆ ਉਹਦੇ ਨਾਲ ਸਾਰੇ ਇਲਾਕੇ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ, ਉਹਦੀ ਸਾਰੀ ਗਲੀ ਮੁਹੱਲੇ ਨੂੰ, ਕਿਉਂਕਿ ਜਿਹੜੀ ਆਹ ਵਾਰਦਾਤ ਹੈ CCTV ਕੈਮਰੇ ਬਿਨਾਂ ਨਹੀਂ ਆਪਾਂ ਪਤਾ ਲਗਾ ਸਕਦੇ ਸੀ ਕੌਣ ਹੈਗਾ, ਟਰੇਸ ਨਹੀਂ ਕੀਤਾ ਜਾ ਸਕਦਾ ਸੀ। ਤੋ ਇਹ ਤਾਂ ਸਭ ਅੱਜ ਦੇ ਸਮੇਂ ਦੀ ਡਿਮਾਂਡ ਹੈ, ਇਹ ਜ਼ਰੂਰ ਸਭ ਨੂੰ ਲਵਾਉਣੇ ਚਾਹੀਦੇ, ਇਸ ਚੀਜ਼ ਨੂੰ ਲੋਕਾਂ ਨੂੰ ਇਨਕਰੇਜ ਕਰਨਾ ਚਾਹੀਦਾ ਕਿ ਮੈਕਸਿਮਮ CCTV ਕੈਮਰੇ ਲਵਾਉਣ ਜੋ ਲਗਾ ਸਕਦੇ। ਗਿੱਦੜਬਾਹਾ ਬੀਤੀਆਂ 2 ਰਾਤਾਂ ਦੌਰਾਨ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਈਆਂ ਲਈ ਇਹ ਬਰਸਾਤ ਮੁਸੀਬਤ ਬਣ ਕੇ ਆਈ ਹੈ। ਪਿੰਡ ਮਦੀਰ ਵਿੱਚ ਛੱਪੜਾਂ ਦੀ ਸਫਾਈ ਨਾ ਹੋਣ ਕਾਰਨ ਗਲੀਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਛੱਪੜ ਦੇ ਨੇੜੇ ਰਹਿਣ ਵਾਲੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਘਰ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਕੌਰ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਛੱਪੜਾਂ ਦੀ ਸਫਾਈ ਨਾ ਹੋਣ ਕਾਰਨ ਸਾਡੇ ਗਰੀਬਾਂ ਦੇ ਤਕਰੀਬਨ 200 ਘਰ ਪ੍ਰਭਾਵਿਤ ਹੋਏ ਹਨ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੀ ਇੱਕ ਆਰਡਰ ਪਾਸ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 14 ਤਰੀਕ ਤੋਂ ਪਹਿਲਾਂ ਸਾਰੇ ਛੱਪੜਾਂ ਦੀ ਸਫਾਈ ਹੋਣੀ ਜ਼ਰੂਰੀ ਹੈ, ਪਰ ਇਹਨਾਂ ਛੱਪੜਾਂ ਦੀ ਸਫਾਈ ਹੋਈ ਨੂੰ ਤਕਰੀਬਨ 5 ਤੋਂ 6 ਸਾਲ ਹੋ ਚੁੱਕੇ ਨੇ। ਉਹਨਾਂ ਕਿਹਾ ਕਿ ਕੁਝ ਪਿੰਡ ਦੇ ਹੀ ਲੋਕ ਜਾਣਬੁੱਝ ਕੇ ਪਿੰਡ ਦੇ ਅੰਦਰਲੇ ਛੱਪੜ ਦਾ ਪਾਣੀ ਸਾਡੇ ਗਰੀਬ ਘਰਾਂ ਵੱਲ ਧਕੇਲ ਰਹੇ ਨੇ ਤੇ ਜਾਣਬੁੱਝ ਕੇ ਸਾਨੂੰ ਨੁਕਸਾਨ ਪਹੁੰਚਾ ਰਹੇ ਨੇ। ਸਮੱਸਿਆ ਇਹੀ ਹੈ ਜੀ, ਛੱਪੜਾਂ ਦਾ ਪਾਣੀ ਸਾਡੇ ਘਰਾਂ 'ਚ ਵੜ ਗਿਆ। ਛੱਪੜਾਂ ਦਾ ਕੋਈ ਹੱਲ ਹੋਣਾ ਚਾਹੀਦਾ। ਉਧਰੋਂ ਗਰੀਬਾਂ ਦੇ ਘਰ ਡਿੱਗ ਪਏ, ਸਾਡੇ ਗਰੀਬਾਂ ਦਾ ਘਰਾਂ ਦਾ ਵੀ ਹੱਲ ਹੋਣਾ ਚਾਹੀਦਾ, ਢਿੱਡ ਪੇਟ ਦਾ ਵੀ ਹੱਲ ਹੋਣਾ ਚਾਹੀਦਾ। ਹੁਣ ਬੈਠੇ ਭੁੱਖੇ ਤੇ ਇਲਾਕੇ ਕੋਈ ਕੰਮ ਨਹੀਂ ਚੱਲਦਾ, ਕੋਈ ਧੰਦਾ ਨਹੀਂ ਚੱਲਦਾ, ਉਤੋਂ ਮਕਾਨ ਡਿੱਗੇ ਪਏ ਆ। ਵੜ ਗਏ ਕਿੱਥੇ ਸਾਡੇ ਕੋਠੇ ਬਟਰੇ ਉਹ ਚੰਗੀ ਜਾਂਦੇ ਆ। ਇਹੀ ਹੱਥ ਬੰਨ੍ਹ ਕੇ ਬੇਨਤੀ, ਹੋਰ ਸਾਡਾ ਕੋਈ ਕਿਸੇ ਨਾਲ ਰੋਸ ਨਹੀਂ, ਕਿਸੇ ਨਾਲ ਅਸੀਂ ਵੀ ਮਾੜਾ ਨਹੀਂ ਬੋਲਦੇ। ਅਸੀਂ ਸਿਰਫ ਆਪਦੀ ਦੁਖੀ ਘੜੀ ਦੇ ਵਿੱਚ ਆਪਦਾ ਦੁੱਖ ਤੁਹਾਨੂੰ ਸਾਂਝਾ ਕਰਦੇ ਹਾਂ ਵੀ ਸਾਡਾ ਇਹੀ ਹੱਲ ਹੋਣਾ ਚਾਹੀਦਾ ਜੀ। ਇਹੀ ਹੈ ਜੀ, ਸਾਡੇ ਕੋਠੇ ਬਟੜੇ ਸੰਭਾਲੇ ਜਾਣ, ਸਾਡੇ ਮਕਾਨ ਪੈ ਜਾਣ, ਸਾਨੂੰ ਕੋਈ ਮੋਟਰਾਂ ਚੱਲਣ, ਨਾਲ ਦੀ ਨਾਲ ਪਾਣੀ ਚੱਕ ਕੇ ਸਵਾਰਕ ਬਾਹਰ ਹੋਵੇ। ਅਸੀਂ ਇਹੀ ਜੀ ਮੰਗਦੇ ਹਾਂ। ਪਹਿਲਾਂ ਤਾਂ ਜੀ ਅਸੀਂ ਕਰੋਨਾ ਦੇ ਮਾਰੇ ਪਏ ਆ, ਉੱਤੋਂ ਹੁਣ ਸਾਨੂੰ ਆਹ ਕਰੋਨਾ ਆ ਗਈ। ਅਸੀਂ ਤਾਂ ਮਾਰੇ ਪਏ ਆ ਪਿੰਡਾਂ ਦੇ ਵਿੱਚ, ਤੂੰ ਤਾਂ ਗੋਲੀਆਂ ਮਾਰ ਜੋ ਆ ਕੇ, ਹੋਰ ਕੀ, ਪਰ ਮਰੇ ਹੀ ਚੰਗੇ ਆ ਤੂੰ। ਇਹ ਸਾਡਾ ਸਰਕਾਰਾਂ ਹੱਲ ਕਰਨ, ਅਸੀਂ ਸਭ ਤੇ ਖੁਸ਼ ਹਾਂ। ਸਾਡੀ ਕੋਈ ਕਿਸੇ ਨਾਲ ਪਾਰਟੀ ਧੜਾ ਨਹੀਂ, ਕੋਈ ਕਿਸੇ ਨੂੰ ਅਸੀਂ ਮਾੜਾ ਨਹੀਂ ਬੋਲਦੇ। ਸਿਰਫ ਅਸੀਂ ਤਾਂ ਆਪਦਾ ਤੁਹਾਨੂੰ ਦੁੱਖ ਦੱਸਦੇ ਹਾਂ ਵੀ ਸਾਡਾ ਦੁੱਖ ਤੁਸੀਂ ਸਾਂਝਾ ਜ਼ਰੂਰ ਕਰੋ। ਕੋਈ ਸਾਡਾ ਕਿਸੇ ਨਾਲ ਰੋਸ ਨਹੀਂ ਜਾਂ ਕਿਸੇ ਨਾਲ ਸਾਡੀ ਲਾਗ ਡਾਟ ਨਹੀਂ ਪਿੰਡ 'ਚ, ਠੀਕ ਆ ਕਿ ਨਹੀਂ। ਅਸੀਂ ਤਾਂ ਆਪਦਾ ਦੁੱਖ ਸਾਂਝਾ ਕਰਦੇ ਹਾਂ ਵੀ ਸਾਡੇ ਸਾਰੇ ਨਗਰਾਂ ਨੂੰ, ਪਿੰਡ ਦਿਆਂ ਨੂੰ, ਭੈਣ ਭਰਾਵਾਂ ਨੂੰ ਸਾਡੀ ਮਿਹਨਤ ਹੈ ਵੀ ਸਾਡਾ ਹੱਲ ਕਰੋ ਕੋਈ। ਕਿਉਂ ਨਗਰ ਨਾਲ ਵੀ ਅਸੀਂ ਚੱਲਣਾ, ਨਗਰ ਨੂੰ ਵੀ ਸਾਡੀ ਸ਼ਰਮ ਹੈ ਤੋਂ ਆਪਦੀ ਹਰ ਹਾਲਤ ਮੰਨਣ। ਮਾਮਲਾ ਇਹ ਹੈ ਜੀ, ਮਾਮਲਾ ਇਹ ਸਾਡਾ ਪਿੰਡ ਮਦੀਰ ਦਾ ਮਾਮਲਾ ਇਹ ਹੈ ਜੀ ਕਿ ਜਿਵੇਂ ਸੁਪਰੀਮ ਕੋਰਟ ਨੇ ਹਦਾਇਤਾਂ ਕੀਤੀਆਂ ਸੀ ਕਿ 14 ਤਰੀਕ ਤੋਂ ਪਹਿਲਾਂ ਪੰਚਾਇਤਾਂ ਨੂੰ ਹਦਾਇਤਾਂ ਕੀਤੀਆਂ, ਵੀਡੀਓ ਨੂੰ ਹਦਾਇਤਾਂ ਕੀਤੀਆਂ ਸੀ ਵੀ ਇਹ 14 ਤਰੀਕ ਤੋਂ ਪਹਿਲਾਂ ਜਿਹੜੇ ਛੱਪੜਾਂ ਦੀ ਸਫਾਈ ਕੀਤੀ ਜਾਵੇ। ਹਾਈ ਅਲਰਟ ਜਾਰੀ ਕੀਤਾ ਸੀ। ਇਹ ਜੀ ਹੁਣ ਜਦੋਂ ਰਾਤ ਤੋਂ ਬਾਰਿਸ਼ ਹੋ ਰਹੀ ਹੈ ਜੀ, ਕਾਫੀ ਲੰਬੇ ਸਮੇਂ ਤੋਂ ਬਾਰਿਸ਼ ਹੋ ਰਹੀ ਹੈ ਤੇ ਇਹ ਬਾਰਿਸ਼ ਦੇ ਕਾਰਨ ਛੱਪੜ ਸਾਰੇ ਭਰ ਚੁੱਕੇ ਆ ਜੀ। ਤੇ ਜਿਹੜਾ ਪੰਚਾਇਤ ਦੇ ਵੱਲੋਂ ਦੂਜੇ ਛੱਪੜ ਦਾ ਪਾਣੀ ਹੈ ਜੀ, ਉਹ ਕੱਢ ਕੇ ਸਾਡੇ ਐਸਸੀ ਭਾਈਚਾਰੇ ਦੇ ਛੱਪੜ ਦੇ ਵਿੱਚ ਸਿੱਟਿਆ ਜਾ ਰਿਹਾ ਹੈ, ਜਿਹਦੇ ਕਰਕੇ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਜੀ। ਗਰੀਬਾਂ ਦੇ ਸਾਰੇ ਘਰ ਡੁੱਬ ਚੁੱਕੇ ਆ ਜੀ। ਇੱਕ ਤਾਂ ਉਹ ਸਾਹਮਣੇ ਮੌਕਾ ਦੇਖਿਆ ਗਿਆ ਜੀ, ਗਰੀਬ ਔਰਤ ਹੈ ਜੀ, ਬੁੱਢੀ ਬਜ਼ੁਰਗ ਔਰਤ ਆ, ਉਹਦਾ ਸਮਾਨ ਰਾਤ ਦਾ ਕੱਢ ਕੇ ਅਸੀਂ ਰੱਖ ਰਹੇ ਹਾਂ ਕਿਸੇ ਪਾਸੇ, ਉਹ ਡੁੱਬ ਚੁੱਕੀ ਪੂਰੀ ਤਰ੍ਹਾਂ। ਉਹ ਛੱਪੜ ਦਾ ਪਾਣੀ ਹੈ ਜਿਹੜਾ ਕੱਢ ਕੇ ਇੱਧਰ ਸਿੱਟਿਆ ਜਾ ਰਿਹਾ, ਸਾਡੇ ਘਰ ਸਾਰੇ ਡੁੱਬ ਚੁੱਕੇ ਆ ਜੀ। ਪੰਚਾਇਤ ਦੇ ਮੈਂਬਰਾਂ ਨੂੰ ਦੋਵਾਂ ਨੂੰ ਜਦੋਂ ਅਸੀਂ ਕਿਹਾ ਗਿਆ ਵੀ ਸਾਡਾ ਇਹ ਹੱਲ ਕੀਤਾ ਜਾਵੇ, ਉੱਧਰਲਾ ਪਾਣੀ ਇੱਧਰ ਕਿਉਂ ਸਿੱਟਿਆ ਜਾ ਰਿਹਾ, ਤੇ ਉਹ ਸਾਨੂੰ ਜੀ ਭੱਦੀ ਸ਼ਬਦਾਵਲੀ ਬੋਲਿਆ। ਤੇ ਉਹਨਾਂ ਦਾ ਨਾਮ ਬੱਗਾ ਸਿੰਘ ਤੇ ਜਨਕ ਸਿੰਘ ਮੈਂਬਰ ਦੋਨੇ, ਉਹਨਾਂ ਵੱਲੋਂ ਸਾਨੂੰ ਭੱਦੀ ਸ਼ਬਦਾਵਲੀ ਵੀ ਬੋਲੀ ਗਈ ਤੇ ਕਿਹਾ ਗਿਆ ਵੀ ਇਹ ਪੰਚਾਇਤ ਦਾ ਕੰਮ ਹੈ, ਪੰਚਾਇਤ ਜਿਵੇਂ ਕਰੂਗੀ ਉਵੇਂ ਹੋਊਗਾ, ਇਹਦੇ 'ਚ ਤੁਹਾਡਾ ਕੋਈ ਲੱਲਾ ਖੱਖਾ ਨਹੀਂ। ਕਿੰਨੇ ਘਰ ਪ੍ਰਭਾਵਿਤ ਹੁੰਦੇ ਆ ਛੱਪੜ ਨਾਲ? ਹਾਂਜੀ, ਇਹ 100-150 ਘਰ ਹੈ ਜੀ, 200 ਘਰ ਦੇ ਲਗਭਗ ਹੈ ਜੀ, ਜਿਹਦੇ ਵਿੱਚ ਐਸਸੀ ਵੀ ਹੈ ਤੇ ਜਰਨਲ ਵੀ ਘਰ ਹੈ ਜੀ, ਹਾਂਜੀ ਬੈਕਵਰਡ ਵੀ ਸਾਰੇ ਘਰ ਹੈ ਜੀ। ਇਹ 200 ਘਰ ਪ੍ਰਭਾਵਿਤ ਹੋ ਰਿਹਾ ਜੀ। ਇਹ ਸਫਾਈ ਛੱਪੜ ਦੀ ਜੀ ਕੋਈ 5-6 ਸਾਲਾਂ ਤੋਂ ਕੋਈ ਸਫਾਈ ਨਹੀਂ ਹੋਈ ਜੀ ਇਹਦੀ, ਤੇ ਇਹ ਅਸੀਂ ਬੁਰੀ ਤਰ੍ਹਾਂ ਇਹ ਛੱਪੜ ਤੋਂ ਪੂਰਾ 200 ਦਾ 200 ਘਰ ਪ੍ਰਭਾਵਿਤ ਹੈ। ਇਹ ਬਿਮਾਰੀਆਂ ਨੂੰ ਵੀ ਜਿਹੜਾ ਜੀ ਸੱਦਾ ਦੇ ਰਿਹਾ ਛੱਪੜ ਜੀ, ਜਦੋਂ ਇਹਦੀ ਸਫਾਈ ਨਹੀਂ ਹੋ ਰਹੀ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੱਗ ਰਹੇ ਨੇ ਗੰਭੀਰ ਦੋਸ਼। ਹਾਈ ਕੋਰਟ ਦੇ ਰਿਟਾਇਰਡ ਜੱਜ ਨੂੰ ਸੌਂਪੀ ਕੇਸ ਦੀ ਜਾਂਚ। ਅੰਮ੍ਰਿਤਸਰ ਚ ਗੁਟਕਾ ਸਾਹਿਬ ਜੀ ਦੀ ਹੋਈ ਬੇਅਦਬੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨੇ ਸਬੂਤਾਂ ਸਮੇਤ ਸ਼ਿਕਾਇਤ ਕਰਵਾਈ ਦਰਜ। ਮੁਲਜ਼ਮ ਤੇ ਲੱਗ ਰਹੇ ਹਨ ਜਾਂਚ ਨੂੰ ਗੁੰਮਰਾਹ ਕਰਨ ਦੇ ਦੋਸ਼। ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ। ਮਰਹੂਮ ਅਕਾਲੀ ਆਗੂ ਜਗਦੇਵ ਤਲਵੰਡੀ ਦੇ ਪੁੱਤਰ ਨੇ ਫੜਿਆ ਢੀਂਡਸਾ ਦਾ ਪੱਲਾ। ਰਣਜੀਤ ਸਿੰਘ ਤਲਵੰਡੀ ਹੋਏ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਚ ਸ਼ਾਮਲ। ਨੀਟੂ ਸ਼ਟਰਾਂ ਵਾਲੇ ਨੇ ਦਿੱਤਾ ਵਿਵਾਦਿਤ ਬਿਆਨ। ਗੁਰਬਾਣੀ ਦੀਆਂ ਤੁਕਾਂ ਨੂੰ ਕੀਤਾ ਤੋੜ ਮਰੋੜ ਕੇ ਪੇਸ਼। ਨਿਹੰਗ ਜਥੇਬੰਦੀਆਂ ਨੇ ਖੋਲ੍ਹਿਆ ਨੀਟੂ ਵਿਰੋਧ ਮੋਰਚਾ। ਵਿਰੋਧ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਨੇ ਮੰਗੀ ਮੁਆਫੀ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।